ਸਵਾਗਤ ਹੈ ਦੋਸਤੋ। ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚੋਂ ਇੱਕ ਖਬਰ ਸਾਡੇ ਸਾਹਮਣੇ ਆਉਂਦੀ ਹੈ ਕਿ ਕੈਨੇਡਾ ਦੇ ਮੂਲ ਨਿਵਾਸੀਆਂ ਲਈ ਪੁਰਾਣੇ ਖੁੱਲੇ ਹੋਏ ਇੱਕ ਸਕੂਲ ਪੁਰਾਣੇ ਸਮੇਂ ਦੇ ਵਿੱਚ ਜੋ ਖੁੱਲਿਆ ਸੀ, ਉੱਥੇ ਇੱਕ ਰਿਹਾਇਸ਼ੀ ਸਕੂਲ ਸਭ ਬੱਚਿਆਂ ਦੀ ਸਮੂਹਿਕ ਕਬਰ ਮਿਲੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1978 ਦੇ ਵਿੱਚ ਸਕੂਲ ਬੰਦ ਹੋ ਗਿਆ ਸੀ, ਲੇਕਿਨ ਲਗਾਤਾਰ ਸਵਾਲ ਫਿਰ ਉੱਥੇ ਹੀ ਖੜੇ ਹੋ ਗਏ ਨੇ, ਭਾਵੇਂ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਮੁਲਕ ਦਾ ਇੱਕ ਕਾਲਾ ਅਧਿਆਇ ਹੈ। ਇਸ ਬਹਾਨੇ ਅਸੀਂ ਗੱਲ ਕਰਾਂਗੇ ਮੂਲ ਨਿਵਾਸੀਆਂ ਦੀ ਕੈਨੇਡਾ ਦੇ ਵਿੱਚ ਕੀ ਸੂਰਤ ਹਾਲ ਆ, ਕਿਉਂਕਿ ਭਾਰਤ ਵਿੱਚ ਅਸੀਂ ਅਕਸਰ ਗੱਲ ਕਰਦੇ ਹਾਂ, ਲੇਕਿਨ ਉਹ ਮੁਲਕ ਜਿਹੜੇ ਮੁਲਕ ਆਪਣੇ ਆਪ ਨੂੰ ਜਮਹੂਰੀਅਤ ਘਰਾਂ ਦੇ ਅਲੰਬਰਦਾਰ ਕਹਾਉਂਦੇ ਨੇ, ਕਈ ਵਾਰ ਉੱਥੇ ਗਏ ਬੰਦੇ ਜਦੋਂ ਸਾਡੇ ਉਰੇ ਆਉਂਦੇ ਨੇ ਸਾਨੂੰ ਵੀ ਮੱਤਾਂ ਦਿੰਦੇ ਨੇ ਕਿ ਅਸੀਂ ਬਹੁਤ ਸੱਭਿਅਕ ਹਾਂ, ਲੇਕਿਨ ਉਸ ਮੁਲਕ ਦੇ ਵਿੱਚ ਜਮਹੂਰੀਅਤ ਘਰਾਂ ਦਾ ਖਾਸ ਕਰਕੇ ਮੂਲ ਨਿਵਾਸੀਆਂ ਦੀ ਜਿਹੜੀ ਲੜਾਈ ਹੈ ਉਹਦਾ ਕੀ ਇਤਿਹਾਸ ਹੈ, ਇਹਦੇ ਬਾਰੇ ਗੱਲਬਾਤ ਕਰਨ ਲਈ ਲਗਾਤਾਰ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਦੇ ਨੇ, ਲਿਖਦੇ ਨੇ ਗੁਰਪ੍ਰੀਤ ਸਿੰਘ ਸਾਡੇ ਸੀਨੀਅਰ ਜਰਨਲਿਸਟ, ਸਾਡੇ ਮਿੱਤਰ ਨੇ। ਕਿਉਂਕਿ ਮੇਰਾ ਮੰਨਣਾ ਕਿ ਵਾਹਦ ਪੰਜਾਬੀ ਪੱਤਰਕਾਰੀ ਦੇ ਵਿੱਚ ਇੱਕੋ ਇੱਕ ਪੱਤਰਕਾਰ ਹੈ ਕੈਨੇਡਾ ਦੇ ਵਿੱਚ ਜੋ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਪਰ ਲਿਖਦੇ ਤੇ ਬੋਲਦੇ ਨੇ। ਸੋ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਜੀ। ਸ਼ੁਕਰੀਆ ਗੁਰਪ੍ਰੀਤ ਜੀ, ਮਿਹਰਬਾਨੀ ਜੀ। ਸ਼ਿਵਿੰਦਰ ਜੀ ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ, ਜਿਹੜੇ ਨੇਕ ਸ਼ਬਦ ਤੁਸੀਂ ਮੇਰੇ ਲਈ ਵਰਤੇ ਨੇ, ਮੈਂ ਸ਼ਾਇਦ ਇਸ ਦੇ ਯੋਗ ਨਹੀਂਗਾ, ਪਰ ਫਿਰ ਵੀ ਤੁਸੀਂ ਵਰਤੇ ਨੇ ਪਿਆਰ ਵਿੱਚ ਉਸਨੇ ਵਿੱਚੋਂ, ਉਸ ਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਔਰ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਸ਼ਾਬਾਸ਼ੀ ਦੇਣੀ ਚਾਹੂੰਗਾ ਇਸ ਗੱਲ ਲਈ ਕਿ ਤੁਸੀਂ ਆਪਣੇ ਜਿਹੜੇ ਚੈਨਲ ਦੇ ਉੱਤੇ ਇਸ ਕਿਸਮ ਦੇ ਮੁੱਦੇ ਨੂੰ ਥਾਂ ਦੇ ਰਹੇ ਹੋ, ਕਿਉਂਕਿ ਆਮ ਤੌਰ ਤੇ ਜਿਹੜਾ ਪੰਜਾਬੀ ਮੀਡੀਆ 'ਚ ਅਸੀਂ ਰੁਝਾਨ ਵੇਖਿਆ ਉਹ ਲੈ ਦੇ ਕੇ ਸਿਰਫ ਪੰਜਾਬ ਮੁਖੀ ਗੱਲਾਂ ਹੀ ਹੁੰਦੀਆਂ ਨੇ, ਉਹਦੇ ਵਿੱਚ ਵੀ ਖਾਸ ਫਿਰਕੇ ਦੀ ਗੱਲ ਜ਼ਿਆਦਾ ਹੁੰਦੀ ਹੈ, ਜਦੋਂ ਕਿ ਇਸ ਕਿਸਮ ਦੀ ਜਿਹੜੀ ਗੱਲਬਾਤ ਆ ਉਸ ਦੇ ਲਈ ਪੰਜਾਬੀ ਮੀਡੀਆ ਜੇ ਪਲੇਟਫਾਰਮ ਦਿੰਦਾ ਰਹੇ ਲੋਕਾਂ ਨੂੰ, ਤਾਂ ਉਸ ਦੇ ਨਾਲ ਪੰਜਾਬੀ ਜ਼ੁਬਾਨ ਵੀ ਅਮੀਰ ਹੋਵੇਗੀ, ਪੰਜਾਬੀ ਮੀਡੀਆ ਵੀ ਅਮੀਰ ਹੋਵੇਗਾ। ਪਰ ਮੈਂ ਸਮਝਦਾ ਕਿ ਇਹੋ ਜਿਹੀ ਗੱਲ ਤੁਹਾਡੇ ਹਿੱਸੇ ਆਈ ਹੈ ਕਿ ਤੁਸੀਂ ਇਸ ਕਿਸਮ ਦੀ ਗੱਲਬਾਤ ਲਈ ਸਪੈਸ਼ਲ ਅੱਜ ਜਿਹੜੀ ਆ ਟੌਪ ਰੱਖੀ ਹੈ, ਤੁਸੀਂ ਵਧਾਈ ਦੇ ਪਾਤਰ ਹੋ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮਾਮਲਾ ਸਾਡੇ ਕੋਲ ਆ ਤਾਂ ਗਿਆ ਖਬਰਾਂ ਰਾਹੀਂ, ਲੇਕਿਨ ਇਹਦੀ ਥੋੜੀ ਹਿਸਟਰੀ ਵੀ ਤੇ ਮੌਜੂਦਾ ਸਮੇਂ ਹੁਣ ਕੀ ਗੱਲਬਾਤ ਹੋਈ ਹੈ ਇਹ ਸਮਝਣ ਦੀ ਅਸੀਂ ਤੁਹਾਡੇ ਤੋਂ ਕੋਸ਼ਿਸ਼ ਕਰਾਂਗੇ। ਸ਼ਿਵਿੰਦਰ ਜੀ, ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਖੋ ਗੱਲ ਇਸ ਤਰ੍ਹਾਂ ਕਿ ਜਿਹੜਾ ਰੈਡੀਸ਼ਨ ਸਕੂਲ ਦਾ ਮਸਲਾ ਉਹ ਹੈ ਕੀ ਜੀ, ਇਸ ਦੀ ਥੋੜੀ ਪਿੱਠਭੂਮੀ ਦੀ ਸਾਨੂੰ ਜਾਣ ਦੀ ਲੋੜ ਆ। ਜਦੋਂ ਬਸਤੀਵਾਦੀ ਇੱਥੇ ਆਉਣੇ ਸ਼ੁਰੂ ਹੋਏ, ਬਸਤੀਵਾਦੀ ਇਸ ਉਦੇਸ਼ ਨਾਲ ਇੱਥੇ ਆਏ ਸੀਗੇ ਕਿ ਇਹ ਜਿਹੜੀ ਜ਼ਮੀਨ ਹੈ ਇੱਥੇ ਅਸੀਂ ਆਪਣਾ ਝੰਡਾ ਕਿਵੇਂ ਬੁਲੰਦ ਕਰਨਾ, ਆਪਣੀ ਜਿਹੜੀ ਆਪਣੀ ਨਸਲ ਦੀ ਉੱਚਤਾ ਤੇ ਉੱਤਮਤਾ ਦੀ ਗੱਲ ਨੂੰ ਕਿਵੇਂ ਸੰਸਾਰ ਭਰ ਵਿੱਚ ਲੈ ਕੇ ਜਾਣਾ, ਉਦੇਸ਼ ਇਹ ਸੀਗਾ। ਅਕਸਰ ਇਹ ਅਸੀਂ ਸੁਣਦੇ ਹਾਂ, ਤੁਸੀਂ ਵੀ ਸੁਣਿਆ ਹੋਊਗਾ ਕਿ ਉੱਤਰੀ ਅਮਰੀਕਾ ਦੀ ਧਰਤੀ ਨੂੰ ਜਾਂ ਇਸ ਪੂਰੇ ਜਿਹੜੇ ਆਈਲੈਂਡ ਨੂੰ ਕੋਲੰਬਸ ਨੇ ਲੱਭਿਆ ਸੀਗਾ। ਕੋਲੰਬਸ ਬਾਰੇ ਇੱਕ ਆਮ ਧਾਰਨਾ ਬਣੀ ਹੋਈ ਹੈ ਕਿ ਉਸਨੇ ਖੋਜ ਕੀਤੀ ਸੀ ਅਮਰੀਕਾ ਦੀ। ਇਹ ਗੱਲ ਆਪਣੇ ਆਪ 'ਚ ਬਹੁਤ ਦਿੱਕਤ ਭਰਪੂਰ ਹੈ। ਖੋਜ ਉਸਨੂੰ ਕਿਹਾ ਜਾਂਦਾ ਹੈ ਕੋਈ ਇਹੋ ਜਿਹੀ ਥਾਂ ਹੋਵੇ ਜਿੱਥੇ ਕੋਈ ਕਦੇ ਢੁੱਕਿਆ ਨਾ ਹੋਵੇ। ਜਿਵੇਂ ਕੋਈ ਪਹਿਲੀ ਵਾਰੀ ਮੰਗਲ ਗ੍ਰਹਿ ਤੇ ਗਿਆ, ਪਹਿਲੀ ਵਾਰੀ ਚੰਦ ਤੇ ਗਿਆ, ਉਹਨੂੰ ਆਪਾਂ ਖੋਜ ਮੰਨ ਸਕਦੇ ਹਾਂ, ਜਾਂ ਇੱਕ ਨਵੀਂ ਜਿਹਨੂੰ ਕਹਿ ਸਕਦੇ ਹਾਂ ਕੋਈ ਕੋਸ਼ਿਸ਼। ਪਰ ਸਿਤਮ ਦੀ ਗੱਲ ਇਹ ਹੈ ਕਿ ਉੱਤਰੀ ਅਮਰੀਕਾ ਦੇ ਮਹਾਂਦੀਪ ਦੇ ਉੱਤੇ ਪਹਿਲਾਂ ਹੀ ਮੂਲਵਾਸੀ ਭਾਈਚਾਰਾ ਵਸਦਾ ਸੀਗਾ, ਔਰ ਉਸਦੀ ਆਪਣੀ ਵੰਸ਼ਵੰਤਾ ਸੀਗੀ। ਇੱਕ ਫਿਰਕਾ ਨਹੀਂ ਸੀਗਾ, ਅਨੇਕਾਂ ਹੀ ਮੂਲਵਾਸੀ ਫਿਰਕੇ ਸੀਗੇ, ਵੱਖਰੀ ਵੱਖਰੀ ਬੋਲੀਆਂ ਬੋਲਦੇ ਸੀ, ਵੱਖਰੇ ਵੱਖਰੇ ਸੱਭਿਆਚਾਰ ਸੀ ਉਹਨਾਂ ਦੇ। ਮੁੱਖ ਤੌਰ ਤੇ ਔਰਤ ਪ੍ਰਧਾਨ ਸਮਾਜ ਸੀ ਸਾਰੇ ਦਾ ਸਾਰਾ, ਆਪਣੀਆਂ ਆਪਣੀਆਂ ਬੋਲੀਆਂ ਸੀ ਉਹਨਾਂ ਦੀਆਂ। ਉਹਦੇ ਬਾਵਜੂਦ ਵੀ ਤੁਸੀਂ ਇਹ ਕਹੋ ਕਿ ਜੀ ਕੋਲੰਬਸ ਨੇ ਆ ਕੇ ਇਸ ਧਰਤੀ ਨੂੰ ਲੱਭਿਆ ਜਾਂ ਇਸ ਮਹਾਂਦੀਪ ਨੂੰ ਲੱਭਿਆ, ਬਹੁਤ ਜ਼ਿਆਦਾ ਦਿੱਕਤ ਭਰਪੂਰ ਹੈ। ਪਹਿਲਾਂ ਤੇ ਦਿੱਕਤ ਉੱਥੋਂ ਸ਼ੁਰੂ ਹੁੰਦੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਕੋਲੰਬਸ ਹੈ ਜਾਂ ਜਿਹੜੇ ਬਸਤੀਵਾਦੀ ਸ਼ੁਰੂ ਚ ਆਉਣੇ ਸ਼ੁਰੂ ਹੋਏ, ਉਹਨਾਂ ਨੇ ਜੋ ਪੋਪ ਨੂੰ ਰਿਪੋਰਟਾਂ ਦਿੱਤੀਆਂ ਉਹ ਇਹ ਕਿਹਾ ਕਿ ਜਿਹੜੇ ਉੱਥੇ ਲੋਕ ਨੇ ਉਹਨਾਂ ਦੇ ਤਰਜ਼ੇ ਜ਼ਿੰਦਗੀ ਸਾਡੇ ਵਰਗਾ ਨਹੀਂ ਹੈ, ਕਿਉਂਕਿ ਨਾ ਤਾਂ ਈਸਾਈਅਤ ਨੂੰ ਮੰਨਦੇ ਆ, ਔਰਤਾਂ ਉੱਥੇ ਪ੍ਰਧਾਨਗੀ ਕਰਦੀਆਂ ਨੇ, ਤੇ ਜ਼ਮੀਨ ਨਾਲ ਉਹਨਾਂ ਦਾ ਨਾਤਾ ਹੈ, ਕੋਈ ਜ਼ਮੀਨ ਦੀ ਮਾਲਕੀ ਦਾ ਕੋਈ ਉਹਨਾਂ ਦਾ ਸਿਧਾਂਤ ਹੀ ਹੈ ਨਹੀਂਗਾ। ਉਹਨਾਂ ਨੇ ਉਦੋਂ ਹੀ ਕਹਿਤਾ ਸੀਗਾ ਕਿ ਇਹ ਜੇ ਲੋਕ ਇਹਨਾਂ ਗੱਲਾਂ ਤੇ ਖਰੇ ਨਹੀਂ ਉਤਰਦੇ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕੋਈ ਧਰਤੀ ਖਾਲੀ ਹੈ, ਯਾਨੀ ਉਹ ਧਰਤੀ ਮਨੁੱਖ ਤੋਂ ਬਿਲਕੁਲ ਵਿਹੂਣੀ ਹੈ। ਇਹ ਗੱਲ ਬਹੁਤ ਜ਼ਿਆਦਾ ਦਿੱਕਤ ਭਰਪੂਰ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਇੱਕ ਬਕਾਇਦਾ ਪੋਪ ਨੇ ਫਰਮਾਨ ਜਾਰੀ ਕੀਤਾ ਜਿਸ ਨੂੰ ਪੇਪਲ ਬੁਲ ਕਹਿੰਦੇ ਆ, ਜਿਸ ਦੇ ਤਹਿਤ ਬਸਤੀਵਾਦੀਆਂ ਨੂੰ ਇਸ ਗੱਲ ਲਈ ਖੁੱਲੀ ਛੁੱਟੀ ਦੇ ਦਿੱਤੀ ਗਈ ਕਿ ਤੁਸੀਂ ਜਾ ਕੇ ਉਸ ਧਰਤੀ ਤੇ ਕਬਜ਼ਾ ਕਰ ਸਕਦੇ ਹੋ। ਤੁਹਾਨੂੰ ਈਸਾਈਅਤ ਇਸ ਗੱਲ ਲਈ ਖੁੱਲੀ ਛੁੱਟੀ ਦਿੰਦੀ ਹੈ, ਕ੍ਰਿਸਚੈਨਿਟੀ ਇਸ ਗੱਲ ਲਈ ਖੁੱਲੀ ਛੁੱਟੀ ਦਿੰਦੀ ਹੈ ਕਿ ਜਿਹੜੀ ਧਰਤੀ ਖਾਲੀ ਹੈ ਤੁਸੀਂ ਉਸ ਤੇ ਜਾ ਕੇ ਝੰਡਾ ਗੱਡ ਸਕਦੇ ਹੋ, ਕਬਜ਼ਾ ਕਰ ਸਕਦੇ ਹੋ, ਕਿਉਂਕਿ ਜਿਹੜੇ ਲੋਕ ਸਾਡੇ ਮੁਤਾਬਕ ਨਹੀਂ, ਉਹ ਲੋਕ ਸਾਡੇ ਲਈ ਐਗਜ਼ਿਸਟ ਹੀ ਨਹੀਂ ਕਰਦੇ, ਉਹਨਾਂ ਦੀ ਹੋਂਦ ਸਾਡੇ ਲਈ ਕੋਈ ਮਾਇਨਾ ਨਹੀਂ ਰੱਖਦੀ। ਜਦੋਂ ਉਹ ਲੋਕ ਇੱਥੇ ਆਉਂਦੇ ਨੇ
ਇਸ ਉਦੇਸ਼ ਨਾਲ ਕਿ ਠੀਕ ਹੈ, ਸਾਨੂੰ ਪੋਪ ਨੇ ਵੀ ਮਾਨਤਾ ਦੇ ਦਿੱਤੀ ਇਸ ਗੱਲ ਲਈ, ਝੱਟ ਵੀ ਸਾਡੀ ਪਿੱਠ ਤੇ ਖਲੋਤੀ ਹੈ। ਉਸ ਹੰਕਾਰ ਵਿੱਚ ਆ ਕੇ ਉਹਨਾਂ ਨੇ ਜ਼ਮੀਨ ਨੂੰ ਮੱਲਿਆ, ਮੂਲ ਵਾਸੀਆਂ ਨੂੰ ਇੱਥੋਂ ਹਾਸ਼ਿਆਗ੍ਰਸਤ ਕਰ ਦਿੱਤਾ ਗਿਆ, ਭਿਅੰਕਰ ਬਿਮਾਰੀਆਂ ਲਿਆ ਕੇ ਛੱਡੀਆਂ ਗਈਆਂ ਇਹਨਾਂ ਦੇ ਵਿੱਚ, ਸਮਾਲ ਪੌਕਸ ਵਰਗੀ ਬਿਮਾਰੀ ਜਿਹੜੀ ਹੈ, ਜਿਸ ਦੇ ਚੱਲਦਿਆਂ ਉਹਨਾਂ ਦੀ ਆਬਾਦੀ ਸੁੰਗੜਦੀ ਗਈ ਔਰ ਇਸ ਤਰ੍ਹਾਂ ਦਾ ਕਬਜ਼ਾ ਉੱਥੇ ਵੱਧਦਾ ਗਿਆ। ਮੈਂ ਇਹ ਕਹਾਣੀ ਤਾਂ ਦੱਸ ਰਿਹਾ ਕਿਉਂਕਿ ਉਸ ਤੋਂ ਬਾਅਦ ਰੈਜ਼ੀਡੈਂਸ਼ੀਅਲ ਸਕੂਲ ਜਦੋਂ ਬਣਿਆ, ਜਦੋਂ ਸਿਸਟਮ ਸ਼ੁਰੂ ਹੋਇਆ ਰੈਜ਼ੀਡੈਂਸ਼ੀਅਲ ਸਕੂਲ ਦਾ, ਦੇਖੋ ਇਹ 1870 ਦੇ ਲਾਗੇ ਜਾ ਕੇ ਸ਼ੁਰੂ ਹੋਇਆ ਸਿਸਟਮ ਤੇ 1996 ਤੱਕ ਇਹ ਸਕੂਲ ਚੱਲਦੇ ਰਹੇ ਨੇ। 140 ਦੇ ਕਰੀਬ ਸਕੂਲ, ਜਾਂ ਕਹਿ ਲਓ ਕਿ 150 ਦੇ ਕਰੀਬ ਸਕੂਲ। ਜਦੋਂ ਇਹ ਸਕੂਲ ਖੋਲੇ ਗਏ ਤਾਂ ਬਸਤੀਵਾਦੀ ਜਿਹੜੇ ਹਾਕਮ ਬਣ ਬੈਠੇ ਸੀਗੇ, ਉਹ ਇਹ ਕਹਿੰਦੇ ਸੀ ਕਿ ਜਿਹੜੇ ਇਹ ਲੋਕ ਨੇ, ਜਿਹੜੇ ਮੂਲ ਵਾਸੀ ਨੇ, ਇਹਨਾਂ ਨੂੰ ਅਸੀਂ ਜਜ਼ਬ ਕਿਵੇਂ ਕਰਨਾ ਆਪਣੇ ਤੌਰ ਤਰੀਕਿਆਂ ਦੇ ਵਿੱਚ, ਕ੍ਰਿਸਚਨ ਕਿਵੇਂ ਬਣਾਉਣਾ, ਇਹਨਾਂ ਨੂੰ ਈਸਾਈ ਕਿਵੇਂ ਬਣਾਉਣਾ। ਯਾਨੀ ਉਹ ਪਹਿਲਾਂ ਹੀ ਉਹਨਾਂ ਦੇ ਵਿੱਚ ਇਹ ਸੋਚ ਗ੍ਰਸੀ ਹੋਈ ਸੀ ਕਿ ਸਾਡੀ ਜਿਹੜੀ ਨਸਲ ਹੈ ਯੂਰਪੀ ਲੋਕਾਂ ਦੀ, ਚਿੱਟੀ ਚਮੜੀ ਵਾਲਿਆਂ ਦੀ, ਇਹਦੀ ਉੱਚਤਾ ਜਾਂ ਉੱਤਮਤਾ ਦੇ ਨਸ਼ੇ ਵਿੱਚ ਉਹ ਪਹਿਲਾਂ ਹੀ ਝੂਮ ਰਹੇ ਸੀ। ਉਹਨਾਂ ਨੂੰ ਸੀਗਾ ਕਿ ਇਹਨਾਂ ਲੋਕਾਂ ਨੂੰ ਕਿਵੇਂ ਜਜ਼ਬ ਕਰਨਾ। ਉਸ ਉਦੇਸ਼ ਨਾਲ ਸਕੂਲ ਖੋਲੇ ਗਏ ਕਿ ਇਹਨਾਂ ਬੱਚਿਆਂ ਨੂੰ ਉੱਥੇ ਕ੍ਰਿਸਚਨ ਬਣਾਇਆ ਜਾਵੇ, ਇਹਨਾਂ ਦਾ ਜਿਹੜਾ ਆਪਣਾ ਸੱਭਿਆਚਾਰ ਉਸ ਨੂੰ ਖਤਮ ਕੀਤਾ ਜਾਵੇ, ਤਹਿਸ ਨਹਿਸ ਕੀਤਾ ਜਾਵੇ। ਇਸ ਉਦੇਸ਼ ਨਾਲ ਸਕੂਲ ਖੋਲੇ ਗਏ ਸੀਗੇ। ਤਾਂ ਸਕੂਲ ਜਦੋਂ ਖੋਲੇ ਗਏ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਤੁਸੀਂ ਇਸ ਗੱਲ ਤੇ ਗੌਰ ਕਰਿਓ ਕਿ ਉਸ ਸਕੂਲ ਜਿਹੜੇ ਖੋਲੇ ਗਏ ਤੇ ਝਾਂਸਾ ਇਹ ਦਿੱਤਾ ਗਿਆ ਉਹਨਾਂ ਨੂੰ ਕਿ ਮੂਲ ਵਾਸੀ ਜਿਹੜੇ ਬੱਚੇ ਆ, ਅਸੀਂ ਉਹਨਾਂ ਨੂੰ ਵਿੱਦਿਆ ਦੇਵਾਂਗੇ, ਔਰ ਮੂਲ ਵਾਸੀ ਨੇਤਾਵਾਂ ਨੇ ਵੀ ਭਰੋਸਾ ਕੀਤਾ ਕਿ ਸਾਡੇ ਬੱਚਿਆਂ ਨੂੰ ਵਿੱਦਿਆ ਮਿਲੂਗੀ, ਉਹ ਆਪਣੇ ਜੋਗੇ ਹੋ ਜਾਣਗੇ, ਕੋਈ ਨਾ ਕੋਈ ਜੀਵਨ ਨਿਰਵਾਹ ਚੱਲਦਾ ਰਹੂਗਾ। ਪਰ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀਗਾ, ਜਾਂ ਇਸ ਗੱਲ ਦੀ ਸੋਝੀ ਨਹੀਂ ਸੀ ਕਿ ਵੀ ਇਹ ਲੋਕ ਜਿਹੜੇ ਨੇ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਤੇ ਤੁਲੇ ਹੋਏ। ਕਿਉਂਕਿ ਜਿਹੜੇ ਉਸ ਵੇਲੇ ਦੇ ਲੀਡਰ ਸੀਗੇ ਸਾਰੇ ਮੁਲਕ ਦੇ, ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਮੂਲ ਵਾਸੀ ਹੈ ਉਸ ਨੂੰ ਧੁਰ ਖਤਮ ਕੀਤਾ ਜਾਵੇ। ਕੋਈ ਵੀ ਵਿਅਕਤੀ ਉਹਦੇ ਅੰਦਰ ਤੱਕ ਜਿਹੜਾ ਵੀ ਮੂਲ ਵਾਸੀ ਬੈਠਾ ਮਾਨਸਿਕਤਾ ਦੇ ਵਿੱਚ, ਉਹਨੂੰ ਖਤਮ ਕੀਤਾ ਜਾਵੇ। ਉਸ ਨੂੰ ਲਿਆ ਕੇ ਸਾਡੀ ਜਿਹੜੀ ਮਤਲਬ ਬਹੁ ਗਿਣਤੀ ਹੈ, ਜਾਂ ਸਾਡੀ ਜਿਹੜੀ ਉੱਚਤਾ ਜਾਂ ਉੱਤਮਤਾ ਦੇ ਜਿਹੜੇ ਨਸ਼ੇ ਵਿੱਚ ਸੀਗੇ, ਉਹ ਕਿ ਸਾਡੇ ਅਨੁਸਾਰ ਹੋਣ। ਉਸ ਕਰਕੇ ਉਹਨਾਂ ਨੂੰ ਲਿਆ ਕੇ ਇਹਨਾਂ ਸਕੂਲਾਂ ਵਿੱਚ ਜ਼ਬਰਦਸਤੀ ਉੱਥੇ ਉਹਨਾਂ ਨੂੰ ਪੜ੍ਹਾਇਆ ਗਿਆ। ਪਰ ਪੜ੍ਹਾਇਆ ਕੀ ਗਿਆ ਇਹ ਵੀ ਸਵਾਲ ਹੈ, ਕਿਉਂਕਿ ਮੂਲ ਵਾਸੀਆਂ ਨੂੰ ਇਹ ਭਰੋਸਾ ਸੀ ਕਿ ਬੱਚੇ ਜਾਣਗੇ, ਕੁਝ ਸਿੱਖ ਕੇ ਆਉਣਗੇ, ਸਾਡਾ ਵੀ ਭਲਾ ਹੋਊਗਾ। ਪਰ ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦੀ ਥਾਂ ਤੇ ਜ਼ਿਆਦਾ ਕ੍ਰਿਸਚੈਨਿਟੀ ਦਾ ਘੋਟਾ ਕਰਾਇਆ ਗਿਆ ਉਹਨਾਂ ਤੋਂ। ਇਸ ਤੋਂ ਇਲਾਵਾ ਉਹਨੂੰ ਤਾਂ ਮੁਸ਼ੱਕਤ ਕਰਵਾਈ ਗਈ। ਫਿਰ ਸਭ ਤੋਂ ਵੱਡੀ ਗੱਲ ਕਿ ਜੋ ਮਾਂ ਬੋਲੀ 'ਚ ਗੱਲ ਕਰਦੇ ਸੀ ਤਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ, ਉਹਨਾਂ ਦੇ ਨਾਂ ਬਦਲ ਦਿੱਤੇ ਗਏ। ਮੂਲ ਵਾਸੀ ਨਾਂ ਜਿਹੜੇ, ਉਹਨਾਂ ਦੀ ਪਛਾਣ ਖੋਲੀ ਗਈ। ਉਹਨਾਂ ਦੇ ਜਿਹੜੇ ਗੁੱਤਾਂ ਰੱਖੀਆਂ ਹੁੰਦੀਆਂ ਸੀ, ਲੰਮੇ ਵਾਲ ਸੀ, ਉਹ ਕੁਤਰ ਦਿੱਤੇ ਗਏ। ਉਹਨਾਂ ਦੀ ਪਛਾਣ ਨੂੰ ਖਤਮ ਕਰ ਦਿੱਤਾ ਗਿਆ। ਉਹਨਾਂ ਨੂੰ ਸਕੂਲਾਂ ਵਿੱਚ ਅੱਡੀਆਂ ਚੁੱਕ ਚੁੱਕ ਕੇ ਪੜ੍ਹਾਇਆ ਗਿਆ ਕਿ ਜਿਹੜਾ ਤੁਹਾਡਾ ਸੱਭਿਆਚਾਰ ਹੈ ਕਿਸੇ ਕੰਮ ਦਾ ਹੈ ਨਹੀਂ। ਉਹਨਾਂ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਆਦਮਖੋਰ ਹੋ। ਅਸਲੀ ਤਰਜ਼ੇ ਜ਼ਿੰਦਗੀ ਉਹ ਹੈ ਕਿ ਜੇ ਤੁਸੀਂ ਕ੍ਰਿਸਚਨ ਬਣੋ। ਸੋ ਜਿਹੜੇ ਬੱਚੇ ਮਾਂ ਬੋਲੀ 'ਚ ਗੱਲ ਕਰਦੇ ਸੀ ਉਹ ਸਜ਼ਾਵਾਂ ਦੇ ਪਾਤਰ ਬਣਦੇ ਸੀਗੇ। ਫਿਰ ਇਸ ਤੋਂ ਇਲਾਵਾ ਇਹਨਾਂ ਬੱਚਿਆਂ ਤੇ ਤਰ੍ਹਾਂ ਤਰ੍ਹਾਂ ਦੇ ਤਜਰਬੇ ਕੀਤੇ ਗਏ, ਡਾਕਟਰੀ ਤਜਰਬੇ, ਕਿ ਖੁਰਾਕ ਜੇ ਘਟਾਈ ਵਧਾਈ ਜਾਵੇ ਤੇ ਇਨਸਾਨੀ ਸਰੀਰ ਤੇ ਕਿਹੋ ਜਿਹਾ ਅਸਰ ਪੈਂਦਾ। ਉਸ ਨੁਕਤੇ ਨਿਗਾਹ ਨਾਲ ਇਹਨਾਂ ਦੀ ਖੁਰਾਕ ਘਟਾਈ ਗਈ, ਜਿਹਦੇ ਕਰਕੇ ਕਈ ਬੱਚੇ ਮਰੇ, ਕਈ ਬੱਚੇ ਖੁਰਾਕ ਚੋਰੀ ਕਰਨ ਲਈ ਮਜਬੂਰ ਹੋਏ। ਜੇ ਫੜੇ ਜਾਂਦੇ ਸੀ ਸਜ਼ਾਵਾਂ ਹੁੰਦੀਆਂ ਸੀਗੀਆਂ। ਇਹਨਾਂ ਯਾਤਨਾਵਾਂ ਦੇ ਚੱਲਦਿਆਂ ਕਈਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਹੜੇ ਭੱਜੇ ਨੇ ਉਹ ਰਾਹ ਵਿੱਚ ਮਾਰੇ ਗਏ ਬਰਫ਼ਬਾਰੀ ਕਾਰਨ। ਜੇ ਘਰ ਪਹੁੰਚੇ ਨੇ ਪੁਲਿਸ ਨੇ ਜਾ ਕੇ ਛਾਪਾ ਮਾਰਿਆ, ਮੁੜ ਕੇ ਫੜ ਕੇ ਲੈ ਗਏ। ਕਈ ਥਾਵਾਂ ਤੇ ਮਾਪਿਆਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਜਦੋਂ ਸਮਝ ਆਈ ਕਿ ਵੀ ਚੱਲ ਕੀ ਰਿਹਾ। ਔਰ ਕ੍ਰਿਸਚੈਨਿਟੀ ਦਾ ਕੋਟਾ ਕਰਵਾਇਆ ਗਿਆ ਉੱਥੇ। ਜ਼ੋਰ ਇਸ ਗੱਲ ਤੇ ਲਾਇਆ ਗਿਆ ਕਿ ਈਸਾਈ ਬਣਾਓ, ਇਹਨਾਂ ਨੂੰ ਯੂਰਪੀ ਜਿਹੜਾ ਤਰਜ਼ੇ ਜ਼ਿੰਦਗੀ ਉਸ ਵਿੱਚ ਜਜ਼ਬ ਕੀਤਾ ਜਾਵੇ। ਇਹ ਨੁਕਤੇ ਨਿਗਾਹ ਤੋਂ ਗੱਲ ਕਰਨੀ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਜ਼ਾਹਰਾ ਤੌਰ ਤੇ ਉਹਨਾਂ ਬੱਚਿਆਂ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ, ਬਹੁਤ ਘਟੀਆ ਕਿਸਮ ਦੀਆਂ, ਬਦਫੈਲੀਆਂ ਹੋਈਆਂ, ਕਾਮੁਕ ਸ਼ੋਸ਼ਣ ਹੋਇਆ। ਪਰ ਮੈਂ ਮਹਿਸੂਸ ਕਰਦਾ ਕਿ ਸਾਡੇ ਪੱਤਰਕਾਰਾਂ ਦੇ ਵਿੱਚ ਵੀ ਇੱਕ ਬੜੀ ਕਮੀ ਰਹੀ ਇਸ ਗੱਲ ਦੀ, ਬਹੁਤ ਵੱਡੀ ਘਾਟ ਰਹੀ ਆ ਕਿ ਅਸੀਂ ਸਨਸਨੀਖੇਜ਼ਬਾਜ਼ 'ਚ ਬਾਹਲਾ ਪੈ ਜਾਂਦੇ ਕਿ ਜਿਹੜਾ ਆਹ ਪੱਖ ਆ ਕਿ ਵੀ ਉਹਨਾਂ ਨਾਲ ਜਿਹੜਾ ਬਦਫੈਲੀ ਹੋਈ ਹੈ, ਉਸ ਕਿਸਮ ਦੀ ਖਬਰਾਂ ਨੂੰ ਝਟਕਾਰੇ ਲਾ ਕੇ ਗੱਲਾਂ ਕਰਨੀਆਂ, ਉਹ ਸੁਰਖੀਆਂ ਬਣਾ ਕੇ ਲਾਉਣਾ। ਮੈਂ ਉਸ ਜ਼ੁਲਮ ਨੂੰ ਘਟਾ ਕੇ ਨਹੀਂ ਵੇਖ ਰਿਹਾ। ਉਹ ਜ਼ੁਲਮ ਦੀ ਬਾਰੇ ਗੱਲ ਹੋਣੀ ਚਾਹੀਦੀ ਹੈ, ਨੰਬਰ 1। ਪਰ ਨੰਬਰ 2 ਜਿਹੜਾ ਵੱਡਾ ਸਵਾਲ ਸੀਗਾ ਕਿ ਮਕਸਦ ਕੀ ਕੰਮ ਕਰ ਰਿਹਾ ਸੀ ਕਿ ਕਿਵੇਂ ਨਾ ਕਿਵੇਂ ਇਸ ਨਸਲ ਨੂੰ ਖਤਮ ਕੀਤਾ ਜਾਵੇ। ਉਹ ਗੱਲ ਸਾਡੀ ਡਿਸਕਸ਼ਨ ਵਿੱਚੋਂ ਜੋ ਅਲੋਪ ਹੋ ਜਾਏ ਔਰ ਜ਼ਿਆਦਾ ਆਪਾਂ ਤਵੱਜੋ ਸਿਰਫ ਬਦਫੈਲੀਆਂ ਵੱਲ ਦੇਣ ਲੱਗ ਪਈਏ ਤਾਂ ਮੇਰਾ ਖਿਆਲ ਉਹ ਪੂਰੇ ਮੁੱਦੇ ਨਾਲ ਨਾਇਨਸਾਫੀ ਹੈ। ਕਿਉਂਕਿ ਬਦਫੈਲੀਆਂ ਬਹੁ ਗਿਣਤੀ ਸੱਭਿਆਚਾਰ ਦੇ ਬੱਚਿਆਂ ਨਾਲ ਵੀ ਹੁੰਦੀਆਂ। ਫਰਕ ਸਿਰਫ ਇੰਨਾ ਕਿ ਜਿਹੜਾ ਘੱਟ ਗਿਣਤੀ ਫਿਰਕਾ ਹੈ ਉਹਦੇ ਨਾਲ ਬਹੁ ਗਿਣਤੀ ਦੇ ਮੁਕਾਬਲੇ ਕਿਤੇ ਵੱਧ ਬੇਇਨਸਾਫੀਆਂ ਹੁੰਦੀਆਂ ਹੋਣਗੀਆਂ। ਇਹ ਤਾਂ ਗੱਲ ਸਾਨੂੰ ਮੰਨਣੀ ਪਏਗੀ। ਪਰ ਵੱਡਾ ਮੁੱਦਾ ਸੀ ਕਿ ਇੱਕ ਨਸਲ ਨੂੰ ਖਤਮ ਕਰਨ ਦੀ ਸਾਜ਼ਿਸ਼ ਸੀਗੀ, ਇੱਕ ਨਸਲ ਘਾਤ ਸੀਗਾ।
ਖੈਰ ਚਲੋ ਉਸ ਤੋਂ ਬਾਅਦ ਰੌਲਾ ਪੈਂਦਾ ਰਿਹਾ, ਫਿਰ ਸਕੂਲ ਬੰਦ ਹੋ ਗਏ ਹੌਲੀ ਹੌਲੀ। ਜਦੋਂ ਅਖੀਰਲਾ ਸਕੂਲ 1996 ਜਾ ਕੇ ਬੰਦ ਹੋਇਆ, 1996 ਦਾ ਮਤਲਬ ਕਿ ਜਿਵੇਂ ਕੱਲ ਦੀ ਗੱਲ ਸਮਝ ਲਓ, ਐਡੀ ਪੁਰਾਣੀ ਗੱਲ ਵੀ ਨਹੀਂ ਆਪਾਂ ਕਰ ਰਹੇ। ਸਕੂਲ ਬੰਦ ਹੋਏ, ਉਸ ਤੋਂ ਬਾਅਦ ਨਵੇਂ ਸਿਸਟਮ ਇਜਾਦ ਕੀਤੇ ਗਏ। ਬੋਰਡਿੰਗ ਸਕੂਲ ਦਾ ਸਿਸਟਮ ਚੱਲਿਆ, ਉਹਦੇ ਵਿੱਚ ਸਵੇਰੇ ਬੱਚੇ ਜਾਂਦੇ ਸੀਗੇ, ਸ਼ਾਮ ਨੂੰ ਮੁੜ ਆਉਂਦੇ ਸੀਗੇ। ਉੱਥੇ ਵੀ ਇਹੀ ਕੁਝ ਚੱਲ ਰਿਹਾ ਸੀਗਾ। ਅਜੇ ਤਾਂ ਉਹਦੀ ਕਹਾਣੀ ਸ਼ੁਰੂ ਹੋਣੀ ਹੈ, ਕਿਉਂਕਿ ਜਦੋਂ ਪਹਿਲੇ ਹੀ ਕਹਾਣੀ ਮੁੱਕੀ ਨਹੀਂ ਤੇ ਦੂਜੀ ਸ਼ੁਰੂ ਕਦੋਂ ਹੋਊਗੀ। ਫਿਰ ਇਹ ਜਿਹੜੇ ਸਕੂਲ ਸੀ ਰੈਡੀਸੀ ਸਕੂਲਾਂ ਵਿੱਚ, ਇਹ ਸੀਗਾ ਕਿ ਦੂਰ ਦਰਾਡੇ ਇਲਾਕੇ ਵਿੱਚ ਬੱਚੇ ਨੂੰ ਭੇਜਿਆ ਜਾਂਦਾ ਸੀਗਾ। ਇੱਕ ਥਾਂ ਤੋਂ ਪੱਟ ਕੇ ਦੂਰ ਲੈ ਜਾਣਾ, ਮਕਸਦ ਇਹ ਕਿ ਆਪਣੇ ਮਾਪਿਆਂ ਤੋਂ, ਸੱਭਿਆਚਾਰ ਤੋਂ ਜਮਾਂ ਹੀ ਦੂਰ ਹੋ ਜਾਣਾ, ਕਿ ਕੋਈ ਅਸਰ ਜਾਂ ਪਰਛਾਵਾਂ ਵੀ ਨਾ ਰਹੇ। ਉਸ ਤੋਂ ਬਾਅਦ ਬੋਰਡਿੰਗ ਸਕੂਲ ਖੁੱਲੇ ਗਏ। ਫਿਰ ਆ ਗਿਆ ਫੋਸਟਰ ਪੈਰੈਂਟਿੰਗ, ਕਿ ਜੇ ਕੋਈ ਮੂਲ ਵਾਸੀ ਬੱਚਾ, ਉਸਦੇ ਮਾਪੇ ਉਸਦੀ ਜਿਹਨੂੰ ਕਹਿੰਦੇ ਪਾਲਣ ਪੋਸ਼ਣ ਕਰਨ ਦੀ ਹਾਲਤ ਵਿੱਚ ਨਹੀਂ, ਤਾਂ ਉਹਨਾਂ ਨੂੰ ਕਿੱਥੇ ਬਾਹਰ ਭੇਜਤਾ ਜਾਵੇ। ਉਹਦੇ ਵਿੱਚ ਵੀ ਗੜਬੜ ਹੈ, ਕਿਉਂਕਿ ਮਾਨਸਿਕਤਾ ਉਹ ਨਹੀਂ ਬਦਲੀ। ਜਿਹੜੀ ਮਾਨਸਿਕਤਾ ਕੁੱਟ-ਕੁੱਟ ਕੇ ਭਰੀ ਹੋਈ ਸੀ ਬਹੁ ਗਿਣਤੀਵਾਦੀ ਲੋਕਾਂ ਦੇ ਵਿੱਚ, ਕਿ ਸਾਡਾ ਸੱਭਿਆਚਾਰ ਉੱਤਮ ਹੈ, ਅਸੀਂ ਬਹੁਤ ਸੱਚੇ ਸੁੱਚੇ ਹਾਂ, ਅਸੀਂ ਇਹਨਾਂ ਦੇ ਮਾਪੇ ਬਣ ਕੇ ਇਹਨਾਂ ਨੂੰ ਦੱਸਾਂਗੇ ਕਿ ਕਿਵੇਂ ਕਰਨਾ ਚਾਹੀਦਾ, ਕਿਵੇਂ ਨਹੀਂ ਕਰਨਾ ਚਾਹੀਦਾ। ਉਹ ਸੋਚ ਤਾਂ ਅੱਜ ਵੀ ਹੈ, ਉਹ ਸੋਚ ਤਾਂ ਨਹੀਂ ਬਦਲੀ। ਫਿਰ ਦੇਖੋ ਉਸ ਤੋਂ ਬਾਅਦ ਚਲੋ ਕਾਫੀ ਕੁਝ ਹੋ ਗਿਆ, ਫਿਰ ਕੋਰਟ ਕੇਸ ਵੀ ਹੋਏ, ਸਾਰਾ ਕੁਝ ਹੋਇਆ। ਅਖੀਰ ਜਾ ਕੇ ਹਰਿਆਣਾ ਸਰਕਾਰ ਨੇ ਰਸਮੀ ਤੌਰ ਤੇ ਮਾਫੀ ਮੰਗੀ, ਆਪਣੇ ਉਹਨੂੰ ਗੱਲ ਨੂੰ ਸਮੇਟਿਆ। ਪਰ ਉਸ ਮਾਫੀ ਦਾ ਕੋਈ ਅਰਥ ਨਹੀਂ, ਕਿਉਂਕਿ ਜਿਹੜੀ ਟੋਰੀ ਪਾਰਟੀ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਮਾਫੀ ਮੰਗੀ ਹੈ, ਉਹਨਾਂ ਦੀ ਪਾਰਟੀ ਨਾਲ ਜੁੜੀ ਇੱਕ ਸੈਨੇਟਰ ਮੂੰਹ ਪਾੜ ਕੇ ਕੱਲ ਤੱਕ ਕਹਿੰਦੀ ਰਹੀ ਹੈ ਕਿ ਇਹ ਸਕੂਲ ਸਿਸਟਮ ਦੀਆਂ ਕੁਝ ਬਰਕਤਾਂ ਵੀ ਸੀਗੀਆਂ। ਅੱਜ ਵੀ ਸੱਜੇ ਪੱਖੀ ਤਾਕਤਾਂ ਨੇ ਜ਼ੋਰ ਫੜ ਲਿਆ, ਉਹ ਇਹ ਬਾਰ-ਬਾਰ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਕੂਲ ਦੀਆਂ ਕੋਈ ਬਰਕਤਾਂ ਵੀ ਸੀਗੀਆਂ। ਜਿਹੜੇ ਹੁਣ ਦੇ ਟੋਰੀ ਨੇਤਾ ਨੇ, ਐਰਨ ਓਟੂਲ, ਉਹਨਾਂ ਨੇ ਪਿੱਛੇ ਬਿਆਨ ਦਿੱਤਾ ਕਿ ਬੱਚਿਆਂ ਨੂੰ ਉੱਥੇ ਪੜ੍ਹਨ ਲਈ ਭੇਜਿਆ ਗਿਆ ਸੀ, ਜਿਹੜੀ ਗੱਲ ਬਿਲਕੁਲ ਝੂਠ ਤੇ ਬੇਬੁਨਿਆਦ ਗੱਲ ਆ ਵਾਲੀ। ਮੇਰਾ ਮਤਲਬ ਕਹਿਣਾ ਕਿ ਬੇਸ਼ੱਕ ਮਾਫੀਆਂ ਮੰਗ ਲਈਆਂ ਗਈਆਂ, ਪਰ ਸੋਚ ਨਹੀਂ ਬਦਲੀ ਉਹ ਵਾਲੀ ਜਿਹੜੀ ਜਿਸ ਦੇ ਅਧੀਨ ਇਹ ਸਕੂਲ ਸਿਸਟਮ ਖੜਾ ਕੀਤਾ ਗਿਆ ਸੀ। ਔਰ ਤੁਸੀਂ ਵੇਖੋ ਕਿ ਇਹ ਜਦੋਂ ਹੁਣ 215 ਬੱਚਿਆਂ ਦੀਆਂ ਜਿਹੜੇ ਪਿੰਜਰ ਨੇ, ਕੈਮਲੂਸ ਦੇ ਜਿਹੜੇ ਸਕੂਲ ਦੀ ਧਰਤੀ ਤੋਂ ਉਹਨਾਂ ਨੂੰ ਲੱਭਿਆ ਗਿਆ, ਰਡਾਰ ਟੈਕਨੋਲੋਜੀ ਨਾਲ ਲੱਭਿਆ ਗਿਆ ਕਿ ਉੱਥੇ ਬੱਚੇ ਦਫਨ ਨੇ। ਹੁਣ 140 ਦੇ ਕਰੀਬ ਸਕੂਲ ਨੇ ਪੂਰੇ ਕੈਨੇਡਾ ਦੇ ਵਿੱਚ। ਹੁਣ ਮੰਗ ਉੱਠ ਰਹੀ ਹੈ, ਯੂਐਨ ਵੀ ਕਹਿ ਰਿਹਾ ਕਿ ਸਾਰੀਆਂ ਥਾਵਾਂ ਦੀ ਖਾਕ ਛਾਨੀ ਜਾਵੇ, ਅਸਲ ਗਿਣਤੀ ਸਾਡੇ ਸਾਹਮਣੇ ਹੋਣੀ ਚਾਹੀਦੀ। ਬੇਸ਼ੱਕ ਮਾਫੀਆਂ ਮੰਗ ਲਈਆਂ ਗਈਆਂ, ਅਜੇ ਤੱਕ ਨਿਰਣਾਇਕ ਗਿਣਤੀ ਨਹੀਂ ਸਾਡੇ ਸਾਹਮਣੇ ਆਈ। ਹੁਣ ਇੱਕ ਗੱਲ ਹੋਰ ਸਾਹਮਣੇ ਆ ਗਈ ਹੈ ਕਿ ਕੈਮਲੂਸ, ਜਿੱਥੇ ਸਭ ਤੋਂ ਵੱਡਾ ਰੈਡੀਸੀ ਸਕੂਲ ਬਣਿਆ ਗਿਆ, ਉੱਥੇ ਜਿੱਥੇ 215 ਬੱਚਿਆਂ ਦੇ ਪਿੰਜਰ ਲੱਭੇ ਆ, ਉੱਥੇ ਹੁਣ ਡਾਕੂਮੈਂਟ ਨਹੀਂ ਮਿਲ ਰਹੇ, ਜਿਸ ਤੋਂ ਬੱਚਿਆਂ ਦੀ ਪਛਾਣ ਜਿਹੜੀ ਹੈ ਤੈਅ ਹੋ ਸਕੇ, ਉਹਨਾਂ ਦੇ ਨਾਵਾਂ ਦੀ ਤਸਦੀਕ ਹੋ ਸਕੇ, ਕਿਉਂਕਿ ਡਾਕੂਮੈਂਟ ਹੈ ਹੀ ਨਹੀਂ। ਜੇ ਹੈ ਵੀ ਨੇ ਤੇ ਉਹ ਮਤਲਬ ਲੁਕੋਏ ਹੋਏ ਆ, ਜਿਹਦਾ ਮਤਲਬ ਕਿਧਰੇ ਨਾ ਕਿਧਰੇ ਪਾਰਦਰਸ਼ਤਾ ਦੀ ਵੀ ਘਾਟ ਹੈ, ਮਾਫੀ ਦੇ ਵਿੱਚ ਇਮਾਨਦਾਰੀ ਦੀ ਵੀ ਘਾਟ ਨਜ਼ਰ ਆ ਰਹੀ। ਹੁਣ ਯੂਐਨ ਤੱਕ ਨੇ ਫਿੱਟ ਲਾਂਟਾਂ ਪਾਤੀਆਂ। ਅੱਜ ਹਾਲਾਤ ਇਹਨੇ ਸ਼ਵਿੰਦਰ ਸਿੰਘ ਜੀ, ਦੇਖੋ 2 ਘਟਨਾਵਾਂ ਹੋਈਆਂ, ਵੇਖਣ ਨੂੰ ਛੋਟੀਆਂ ਲੱਗਦੀਆਂ ਨੇ, ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। BC ਦੀ ਵਿਧਾਨ ਸਭਾ ਦੇ ਬਾਹਰ ਇੱਕ ਮੂਲ ਵਾਸੀ ਔਰਤ ਨੇ ਇਹਨਾਂ 215 ਬੱਚਿਆਂ ਦੀ ਯਾਦ ਦੇ ਵਿੱਚ ਕੁਝ ਖਿਡੌਣੇ, ਮੋਮਬੱਤੀਆਂ ਉੱਥੇ ਲਿਜਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਟਿਕਾਈਆਂ ਵਿਜਲ ਦੇ ਤੌਰ ਤੇ। ਉਹ ਸ਼ੁੱਕਰਵਾਰ ਦੀ ਰਾਤ ਨੂੰ ਉੱਥੇ ਸਮਾਨ ਧਰ ਕੇ ਜਾਂਦੀ ਹੈ, ਸ਼ਨੀਚਰਵਾਰ ਨੂੰ ਸਵੇਰੇ ਆਉਂਦੀ ਤਾਂ ਸਾਰਾ ਸਮਾਨ ਉੱਥੋਂ ਗਾਇਬ ਹੈ। ਸਿਕਿਉਰਿਟੀ ਵਾਲੇ ਇਹ ਕਹਿ ਕੇ ਚੱਕ ਲੈਂਦੇ ਨੇ ਕਿ ਜੀ ਇਹ ਤਾਂ ਪ੍ਰੋਟੈਸਟ ਤੁਸੀਂ ਕਰਨ ਆਏ ਸੀਗੇ, ਇਸ ਤਰ੍ਹਾਂ ਕੋਈ ਵੀ ਝੰਡਾ ਛੱਡ ਕੇ ਚੱਲ ਜਾਵੇ, ਕੋਈ ਸਮਾਨ ਛੱਡ ਕੇ ਚੱਲ ਜਾਵੇ। ਉਸਨੇ ਕਿਹਾ ਕਿ ਮੈਂ ਪ੍ਰੋਟੈਸਟ ਕਰਨ ਨਹੀਂ ਸੀ ਆਈ, ਇਹ ਵਿਜਲ ਸੀਗਾ, ਇੱਕ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦੀ ਛੋਟੀ ਜਿਹੀ ਕੋਸ਼ਿਸ਼ ਸੀ। ਹੁਣ ਦਿਲਚਸਪ ਗੱਲ ਹੈ ਕਿ ਇੱਕ ਪਾਸੇ BC ਸਰਕਾਰ ਕਹਿ ਰਹੀ ਹੈ ਕਿ ਅਸੀਂ ਮੂਲ ਵਾਸੀਆਂ ਦੇ ਨਾਲ ਆ, ਝੰਡਾ BC ਵਿਧਾਨ ਸਭਾ ਦੇ ਬਾਹਰ ਅੱਜ ਤੱਕ ਝੁਲਾਇਆ ਜਾ ਰਿਹਾ। ਉਹ ਝੰਡਾ ਚਲਾਉਣ ਦਾ ਫਾਇਦਾ ਕੀ ਹੋਇਆ ਅੱਜ ਤੱਕ, ਜੇ ਤੁਹਾਡੇ ਸਿਕਿਉਰਿਟੀ ਵਾਲਿਆਂ ਨੂੰ ਇੰਨੀ ਅਕਲ ਹੈ ਨਹੀਂ ਕਿ ਬਾਹਰੋਂ ਸਮਾਨ ਪਿਆ ਤੁਸੀਂ ਚੱਕ ਰਹੇ ਹੋ, ਸੰਵੇਦਨਾ ਤੁਹਾਡੇ 'ਚ ਹੈ ਨਹੀਂ। ਇਹਨੂੰ ਕਹਿੰਦੇ ਢਾਂਚਾਗਤ ਨਸਲਵਾਦ। ਚਾਹੇ ਸਰਕਾਰ ਜਿੰਨਾ ਮਰਜ਼ੀ ਇਮਾਨਦਾਰੀ ਨਾਲ ਵੀ ਕੰਮ ਕਰਦੀ ਹੋਵੇ, ਪਰ ਕਿਧਰੇ ਨਾ ਕਿਧਰੇ ਢਾਂਚੇ 'ਚ ਨਸਲਵਾਦ ਪਸਰਿਆ ਹੋਇਆ, ਜਿਹਨੂੰ ਕੱਢਣਾ ਬਹੁਤ ਮੁਸ਼ਕਲ ਹੈ। ਦੂਜੀ ਮਿਸਾਲ, ਸਰੀ ਮੈਮੋਰੀਅਲ ਹਸਪਤਾਲ ਦੀ ਇੱਕ ਮੁਲਾਜ਼ਮ ਔਰਤ ਮੂਲ ਵਾਸੀ, ਉਹ ਉਹਨਾਂ ਮੂਲ ਵਾਸੀ ਬੱਚਿਆਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਸੰਤਰੀ ਰੰਗ ਦੀ ਟੀ-ਸ਼ਰਟ ਪਾ ਕੇ ਜਾਂਦੀ ਹੈ, ਜਿਹਦੀ ਪਰੰਪਰਾ ਸ਼ੁਰੂ ਕੀਤੀ ਗਈ ਮੂਲ ਵਾਸੀਆਂ ਵੱਲੋਂ ਉਹਨਾਂ ਬੱਚਿਆਂ ਦੀ ਯਾਦ ਦੇ ਵਿੱਚ, ਤੇ ਉਸ ਦੀ ਟੀ-ਸ਼ਰਟ ਉਸ ਨੂੰ ਲਾਉਣ ਲਈ ਮਜਬੂਰ ਕੀਤਾ ਗਿਆ। ਅੱਜ ਮਾਫੀਆ ਮੰਗਦੇ ਫਿਰਦੇ ਕਿ ਬੜੀ ਗਲਤੀ ਹੋਈ ਹੈ। ਮਤਲਬ ਇਹਦੇ ਨਾਲ ਮਜ਼ਾਕ ਹੀ ਉੱਡ ਰਿਹਾ ਕੈਨੇਡਾ ਦਾ। ਸੰਸਾਰ ਭਰ 'ਚ ਤੁਸੀਂ ਡੁਗਡੁਗੀ ਵਜਾਓਗੇ ਅਸੀਂ ਹਿਊਮਨ ਰਾਈਟਸ ਦੇ ਲੰਬਰਦਾਰ ਹਾਂ, ਤੇ ਤੁਹਾਡੇ ਮੁਲਕ ਵਿੱਚ ਨਾ ਤੁਹਾਡੇ ਸਿਕਿਉਰਿਟੀ ਵਾਲਿਆਂ ਨੂੰ ਅਕਲ, ਨਾ ਹਸਪਤਾਲਾਂ ਦੇ ਚਲਾਉਣ ਵਾਲਿਆਂ ਨੂੰ ਅਕਲ, ਨਾ ਤੁਹਾਡੀ ਸਰਕਾਰ ਨੂੰ ਇੰਨੀ ਟਕੇ ਦੀ ਅਕਲ ਹੈ ਕਿ ਤੁਸੀਂ ਜੇ ਦਸਤਾਵੇਜ਼ ਤੁਹਾਡੇ ਕੋਲ ਹੈ ਨਹੀਂ। ਮਤਲਬ ਪਾਰਦਰਸ਼ਤਾ ਤੇ ਇਮਾਨਦਾਰੀ ਦੀ ਬਹੁਤ ਵੱਡੀ ਘਾਟ ਰੜਕ ਰਹੀ। ਪਰ ਮੁੱਕਦੀ ਗੱਲ ਹੈ ਸ਼ਵਿੰਦਰ ਸਿੰਘ ਜੀ ਕਿ ਰੈਡੀਸੀ ਸਕੂਲ ਦਾ ਇਤਿਹਾਸ ਸਮਝਣ ਲਈ ਸਾਨੂੰ ਇਸ ਮਾਨਸਿਕਤਾ ਨੂੰ ਸਮਝਣਾ ਜ਼ਰੂਰੀ ਹੈ ਕਿ ਜਿਸ ਦੇ ਅਧੀਨ ਸਕੂਲ ਸਥਾਪਿਤ ਕੀਤੇ ਗਏ ਸੀਗੇ। ਜੇ ਮਾਨਸਿਕਤਾ ਸਮਝ ਨਹੀਂ ਆਉਂਦੀ ਤਾਂ ਸਕੂਲ ਸਿਸਟਮ ਤੁਹਾਡੇ ਸਮਝ 'ਚ ਨਹੀਂ ਪੈ ਸਕਦਾ। ਇੱਥੇ ਮੈਂ ਆਪਣੀ ਗੱਲ ਸਮੇਟਾਂਗਾ। ਹਾਂ, ਇੱਕ ਮਿੰਟ ਅਗਲਾ ਜਿਹੜਾ ਬਹੁਤ ਹੀ ਸੰਖੇਪ ਦੇ ਵਿੱਚ, ਆ ਜਿਹੜੀ ਘਟਨਾ ਤੋਂ ਬਾਅਦ
ਜਿਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਤਾਂ ਬਿਆਨ ਆ ਗਿਆ ਵੀ ਇਹ ਜੀ ਸਾਡਾ ਇੱਕ ਕਾਲਾ ਅਧਿਆਇ ਸੀਗਾ, ਕੁਝ ਕਾਰਵਾਈ ਹੋਈ ਮਾੜੀ ਮੋਟੀ? ਦੇਖੋ ਕਾਰਵਾਈ ਤਾਂ ਹੋਏਗੀ ਨਾ, ਜਿਵੇਂ ਹੁਣ ਜਦੋਂ ਇੱਕ ਪਾਸੇ ਤਾਂ ਸਰਕਾਰ ਨੇ ਮਾਫੀ ਮੰਗੀ ਕਿ ਮੂਲ ਵਾਸੀਆਂ ਨਾਲ ਅਨਿਆਂ ਹੋਇਆ, ਅਸੀਂ ਮਾਫੀ ਮੰਗਦੇ ਹਾਂ, ਉਹ ਸਾਡਾ ਕਾਲਾ ਅਧਿਆਇ ਸੀ। ਇਹ ਤਾਂ ਗੱਲ ਪਹਿਲਾਂ ਵੀ ਕਹਿ ਚੁੱਕੇ ਨੇ, ਪਿਛਲੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਨੇ, ਕੋਈ ਨਵੀਂ ਗੱਲ ਤਾਂ ਕਹਿ ਨਹੀਂ ਰਹੇ ਜਸਟਿਨ ਟਰੂਡੋ। ਜੀ ਜੀ। ਸਵਾਲ ਇਹ ਪੈਦਾ ਹੁੰਦਾ ਕਿ ਜਿਨ੍ਹਾਂ ਮੂਲ ਵਾਸੀ ਕਬੀਲਿਆਂ ਵੱਲੋਂ ਆਪਣੇ ਤੌਰ ਤੇ ਆਪਣੇ ਖਰਚੇ ਤੇ ਰਡਾਰ ਟੈਕਨੋਲੋਜੀ ਨਾਲ ਇਹ 215 ਬੱਚਿਆਂ ਦੇ ਪਿੰਜਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਮੈਂ ਸਿੱਧਾ ਕਹਿਣਾ ਚਾਹੁੰਦਾ ਕਿ ਜੇ ਕੈਨੇਡਾ ਸਰਕਾਰ ਵਾਕਈ ਇਮਾਨਦਾਰ ਹੁੰਦੀ ਤਾਂ ਇਹ ਖਰਚਾ ਸਰਕਾਰ ਆਪ ਚੁੱਕਦੀ। ਉਹਨਾਂ ਮੂਲ ਵਾਸੀ ਕਬੀਲਿਆਂ ਨੂੰ ਕੀ ਲੋੜ ਸੀ ਕਿ ਆਪਣੇ ਖਰਚੇ ਤੇ ਰਡਾਰ ਟੈਕਨੋਲੋਜੀ ਨਾਲ ਉਹ ਲਾਸ਼ਾਂ ਦੀ ਗਿਣਤੀ ਲੱਭਦੇ ਫਿਰਦੇ? ਇਹ ਕੰਮ ਤਾਂ ਸਰਕਾਰ ਨੂੰ ਆਪ ਕਰਨਾ ਚਾਹੀਦਾ। ਅੱਜ ਸਾਰੇ ਪਾਸੇ ਜਗ ਹਸਾਈ ਹੋ ਰਹੀ ਹੈ, ਹੁਣ ਜੋ ਮਰਜ਼ੀ ਕਹੀ ਜਾਣ। ਹੁਣ ਕਹਿਣ ਲੱਗ ਪਏ ਨੇ ਹਾਂ ਹਾਂ ਕੁਝ ਕਰਾਂਗੇ, ਢੁਕਵੀਂ ਕਾਰਵਾਈ ਹੋਵੇਗੀ। ਟਰੂਡੋ ਨੇ ਕਿਹਾ ਕੀ ਢੁਕਵੀਂ ਕਾਰਵਾਈ ਹੋਵੇਗੀ ਤਾਂ ਹੁਣ ਸਮਾਂ ਦੱਸੂਗਾ। ਸਬਬ ਨਾਲ ਕੈਨੇਡਾ ਦੇ ਵਿੱਚੋਂ ਅਨੇਕਾਂ ਹੀ ਮੂਲਵਾਸੀ ਔਰਤਾਂ ਲਾਪਤਾ ਹੋ ਚੁੱਕੀਆਂ ਨੇ, ਕਤਲ ਹੋ ਚੁੱਕੀਆਂ ਨੇ, ਲਿੰਗ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀਆਂ ਨੇ। ਉਸ ਦੀ ਬਾਬਤ ਇੱਕ ਸਿਫਾਰਿਸ਼ ਹੋਈ ਸੀ ਸਰਕਾਰ ਦੇ ਕੋਲ ਕਿ ਉਸ ਦੀ ਜਾਂਚ ਕਰਵਾਓ। ਟਰੂਡੋ ਨੂੰ ਇਸ ਗੱਲ ਦਾ ਕ੍ਰੈਡਿਟ ਦੇਣਾ ਬਣਦਾ ਕਿ ਉਸਨੇ ਕੌਮੀ ਜਾਂਚ ਕਰਵਾਈ। ਪਿਛਲੀ ਸਰਕਾਰ ਕੌਮੀ ਜਾਂਚ ਕਰਵਾਉਣ ਤੋਂ ਆਨਾਕਾਨੀ ਕਰ ਰਹੀ ਸੀ, ਪਰ ਕੌਮੀ ਜਾਂਚ ਜਦੋਂ ਸ਼ੁਰੂ ਹੋਈ ਹੈ ਤਾਂ ਜਿਹੜਾ ਚੌਖਟਾ ਪੇਸ਼ ਕੀਤਾ ਗਿਆ, ਚੌਖਟੇ ਵਿੱਚ ਘਾਟਾ ਸੀਗੀ, ਜਿਹਦੇ ਕਰਕੇ ਕੌਮੀ ਜਾਂਚ ਲੰਕਦੀ ਹੁਣ ਜਾ ਕੇ ਸ਼ੁਰੂ ਹੋਈ। ਹੁਣ ਅੱਜ ਉਹਨਾਂ ਨੇ ਆਪਣਾ ਯੋਜਨਾ ਪੱਤਰ ਜਾਰੀ ਕਰ ਦਿੱਤਾ 113 ਸਫ਼ਿਆਂ ਦਾ। ਮੂਲ ਵਾਸੀਆਂ ਨੇ ਕਿਹਾ ਕਿ ਇਹਦੇ ਵਿੱਚ ਜਿਹੜੇ ਇਹਨਾਂ ਦੇ ਚਹੇਤੇ ਲਾਡਲੇ ਮੂਲ ਵਾਸੀ ਆਗੂ ਸੀਗੇ, ਅਖੌਤੀ ਆਗੂ, ਉਹਨਾਂ ਤੋਂ ਸਿਫਾਰਸ਼ਾਂ ਕਰਵਾ ਕੇ ਦੇ ਦਸਤਾਵੇਜ਼ ਤਿਆਰ ਕੀਤਾ ਗਿਆ। ਕੰਮ ਦੀ ਗੱਲ ਕੋਈ ਨਹੀਂ ਕੀਤੀ ਗਈ। ਉਲਟ ਗੱਲ ਮੂਲ ਵਾਸੀ ਔਰਤਾਂ ਦੇ ਵੱਖਰੇ ਸੰਗਠਨ ਨੇ ਇੱਕ ਪੈਰਲਲ ਯੋਜਨਾ ਪੱਤਰ ਜਾਰੀ ਕੀਤਾ 2 ਦਿਨ ਪਹਿਲਾਂ। ਮੇਰਾ ਮਤਲਬ ਕਹਿਣ ਦਾ, ਮੈਂ ਤਾਂ ਇਹ ਗੱਲ ਕਹਿ ਰਿਹਾ ਸ਼ਿੰਦਰ ਸਿੰਘ ਜੀ, ਕਿ ਕਹਿਣਾ ਹੋਰ ਹੈ ਤੇ ਕਰਨਾ ਹੋਰ। ਤੁਸੀਂ ਕਹਿ ਰਹੇ ਹੋ ਢੁਕਵੀਂ ਕਾਰਵਾਈ ਹੋਏਗੀ, ਪਰ ਜਿਹੜੇ ਹੁਣ ਤੱਕ ਦੇ ਤੁਹਾਡੇ ਲੱਛਣ ਨੇ ਉਹ ਤਾਂ ਕੋਈ ਐਡੇ ਤਸੱਲੀ ਬਖਸ਼ ਨਜ਼ਰ ਨਹੀਂ ਆ ਰਹੇ। ਸੋ ਇਸ ਕਰਕੇ ਸਵਾਲ ਅਜੇ ਵੀ ਹਵਾ 'ਚ ਲਮਕ ਰਿਹਾ। ਪਹਿਲੀ ਗੱਲ, ਕਿੰਨੇ ਮੂਲ ਵਾਸੀ ਬੱਚੇ ਮਰੇ ਸੀ? ਅੱਜ ਤੱਕ ਨਿਰਣਾਇਕ ਗਿਣਤੀ ਸਾਡੇ ਕੋਲ ਨਹੀਂ ਆਈ। ਫਿਰ ਜੇ ਕੁਝ ਮੂਲ ਵਾਸੀ ਉਹਨਾਂ ਬੱਚਿਆਂ ਦੀ ਪੈੜ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਜਿਹੜਾ ਕੰਮ ਸਰਕਾਰ ਦਾ ਸੀ ਉਹਨਾਂ ਨੂੰ ਆਪ ਨੂੰ ਕਰਨਾ ਪਿਆ। ਉੱਥੇ ਕੋਈ ਪੈਸੇ ਧੇਲੇ ਦੀ ਮਦਦ ਨਹੀਂ। ਅੱਜ ਸਾਰੇ ਪਾਸੇ ਤੋਆ ਹੋ ਰਹੀ। ਹੁਣ ਤੁਸੀਂ ਕਹਿ ਰਹੇ ਹੋ ਹਾਂ ਠੀਕ ਹੈ ਅਸੀਂ ਕਾਰਵਾਈ ਕਰਾਂਗੇ। ਹੋਰ ਤਾਂ ਹੋਰ, ਜਿਹੜਾ ਪੋਪ ਫਰਾਂਸਿਸ ਹੈ, ਜਿਹੜਾ ਪੋਪ ਤੇ ਕਦੋਂ ਦਾ ਦਬਾਅ ਪੈ ਰਿਹਾ ਕਿ ਤੂੰ ਵੀ ਮਾਫੀ ਮੰਗ। ਅੱਜ ਤੱਕ ਪੋਪ ਨੇ ਮਾਫੀ ਨਹੀਂ ਮੰਗੀ। ਅੱਜ ਤੱਕ ਪੋਪ ਨੇ ਮਾਫੀ ਨਹੀਂ ਮੰਗੀ ਇਸ ਗੱਲ ਦੀ, ਜਦੋਂ ਕਿ ਚਰਚਾ ਕਸੂਰਵਾਰ ਸੀਗੀਆਂ। ਚਰਚਾਂ ਨੇ ਤੇ ਸਟੇਟ ਨੇ ਰਲ ਕੇ ਇਹ ਸਾਰਾ ਕੁਝ ਕੀਤਾ। ਔਰ ਚਰਚ ਇੱਕ ਨਹੀਂ, ਚਰਚਾਂ ਤਕਰੀਬਨ ਸਾਰੀਆਂ ਇਨਵੋਲਵ ਸੀਗੀਆਂ, ਚਾਹੇ ਕੈਥੋਲਿਕ ਭਾਈਚਾਰੇ ਦੀ ਚਰਚ ਹੋਵੇ, ਚਾਹੇ ਪ੍ਰੈਸਬੀਟੇਰੀਅਨ ਭਾਈਚਾਰੇ ਦੀ ਹੋਵੇ। ਚਰਚਾਂ ਦਾ ਵੀ ਜਿਹੜਾ ਰੋਲ ਸੀਗਾ ਬੜਾ ਵਿਵਾਦਿਤ ਰੋਲ ਸੀ। ਕੋਈ ਚਰਚਾਂ ਦੇ ਸਟੇਟਾਂ ਨਾਲ ਰਲ ਕੇ ਸਟੇਟ ਨੇ ਇਹ ਸਾਰਾ ਕੰਮ ਮਿੱਥਿਆ ਸੀਗਾ ਕਿ ਇਸ ਤਰ੍ਹਾਂ ਕੀਤਾ ਜਾਵੇ। ਸੋ ਮੇਰਾ ਕਹਿਣ ਦਾ ਮਤਲਬ ਕਿ ਪਹਿਲਾਂ ਤਾਂ ਰੈਡੀਸੀ ਸਕੂਲ ਦਾ ਮਸਲਾ ਸਮੇਟਿਆ ਜਾਵੇ, ਉਸ ਤੋਂ ਬਾਅਦ ਬੋਰਡਿੰਗ ਸਕੂਲਾਂ 'ਚ ਕੀ ਹੋਇਆ ਉਹਦੀ ਗੱਲ ਵੀ ਹੋਣੀ ਚਾਹੀਦੀ ਹੈ। ਪਰ ਜਾਤੀ ਇਕੱਲੀ ਰੈਡੀਸੀ ਸਕੂਲ ਦੇ ਰੂਪ 'ਚ ਨਹੀਂ ਹੋਈ, ਜਾਤੀਆਂ ਹੋਰ ਵੀ ਹੋਈਆਂ ਨੇ। ਮੂਲ ਵਾਸੀਆਂ ਨੂੰ ਸਾਡੇ ਭਾਈਚਾਰੇ ਤੋਂ ਕਿਤੇ ਬਾਅਦ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ। ਸਾਡੇ ਬਜ਼ੁਰਗਾਂ ਨੂੰ ਤਾਂ 47 'ਚ ਆਪਣਾ ਵੋਟ ਪਾਉਣ ਦਾ ਹੱਕ ਲੈ ਲਿਆ ਸੀਗਾ, ਇਹਨਾਂ ਨੂੰ ਜਾ ਕੇ 60ਵੇਂ 'ਚ ਮਿਲਿਆ, ਜਿਹੜੇ ਇਸ ਮੁਲਕ ਦੇ ਅਸਲੀ ਬਸ਼ਿੰਦੇ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋਵੇਗੀ? ਫਿਰ ਇਹਨਾਂ ਦੀਆਂ ਪਰੰਪਰਾਵਾਂ, ਜਿਵੇਂ ਅਸੀਂ ਜੋੜ ਮੇਲੇ ਕਰਦੇ ਹੁੰਦੇ, ਇਹ ਵੀ ਜੋੜ ਮੇਲੇ ਕਰਦੇ ਹੁੰਦੇ ਆਪਣੇ ਪੋਟਲੈਕ ਦੇ, ਉਹਨਾਂ ਦੇ ਪਾਬੰਦੀਆਂ ਲਾਈਆਂ ਗਈਆਂ। ਸੋ ਇਸ ਕਰਕੇ ਇਹ ਜਿਹੜਾ ਮਸਲਾ ਹੈ ਕਿ ਇੱਥੇ ਨਹੀਂ ਗੱਲ ਆ ਕੇ ਮੁੱਕਦੀ, ਗੱਲ ਅੱਗੇ ਵੀ ਤੁਰਨੀ ਹੈ। ਮੂਲ ਵਾਸੀ ਤੇ ਕਦੋਂ ਦਾ ਰੌਲਾ ਪਾ ਰਹੇ ਕਿ ਹਜ਼ਾਰਾਂ ਦੀ ਤਾਦਾਦ 'ਚ ਬੱਚੇ ਮਰੇ ਆ, ਸਹੀ ਗਿਣਤੀ ਦਿਓ, ਸਹੀ ਗਿਣਤੀ ਹਿਸਾਬ ਦਿਓ। ਅੱਜ ਉਹਨਾਂ ਨੇ 215 ਗਿਣਤੀਆਂ ਕੱਢ ਦਿੱਤੀਆਂ ਤੇ ਸਾਰੇ ਮਗਰਮੱਛ ਦੇ ਹੰਡੂ ਟੁਰਨ ਲੱਗ ਪਏ। ਉਹਦਾ ਕੋਈ ਮਤਲਬ ਹੀ ਹੈ ਨਹੀਂ ਗੱਲ। ਹੁਣ ਤਾਂ ਇਹ ਹੈ ਕਿ ਜਿੰਨੇ ਵੀ ਸਕੂਲ ਨੇ, ਪਹਿਲਾਂ ਸਰਕਾਰ ਆਪਣੇ ਖਰਚੇ ਤੇ ਸਾਰੇ ਪਾਸੇ ਪੜਤਾਲ ਕਰਾ ਕੇ ਅਸਲੀ ਗਿਣਤੀ ਦੇਸ਼ ਵਾਸੀਆਂ ਦੇ ਸਾਹਮਣੇ ਰੱਖੇ, ਔਰ ਜਿਹੜੇ ਦਸਤਾਵੇਜ਼ ਧੂੜ ਚੱਟ ਰਹੇ ਨੇ ਉਹ ਬਾਹਰ ਕੱਢੇ ਜਾਣ, ਤਾਂ ਜਾ ਕੇ ਇਹ ਮਸਲਾ ਕਿਤੇ ਸਮੇਟਿਆ ਜਾਊਗਾ। ਗੁਰਪ੍ਰੀਤ ਜੀ, ਇੱਕ ਚੀਜ਼ ਜਿਹੜੀ ਆਪਾਂ ਜੇ ਭਾਰਤ ਬੈਠੇ ਲੋਕਾਂ ਨੂੰ ਸਮਝਾਉਣੀ ਹੋਵੇ, ਵੀ ਇੱਕ ਤਾਂ ਆਹ ਸਕੂਲ ਵਾਲਾ ਮਸਲਾ ਹੋ ਗਿਆ, ਇੱਕ ਹੋ ਗਿਆ ਜਿਹੜਾ ਤੁਸੀਂ ਤਮਾਮ ਦੱਸਿਆ ਕਿ ਮੂਲ ਨਿਵਾਸੀਆਂ ਦੇ ਉੱਤੇ ਪੂਰੇ ਦੇ ਸਿਸਟਮ ਵੱਲੋਂ ਹੋ ਰਿਹਾ ਤਸ਼ੱਦਦ ਹੈ। ਇਹਨੂੰ ਸੌਖੇ ਢੰਗ ਨਾਲ ਸਮਝਾਉਣ ਲਈ ਜੋ ਭਾਰਤ ਦੇ ਵਿਚਲੇ ਮੂਲ ਨਿਵਾਸੀ ਹੈ ਉਹਦੇ ਉੱਤੇ ਭਾਰਤ ਦੀ ਹਕੂਮਤ ਵੱਲੋਂ ਵੀ ਕੀਤਾ ਜਾਂਦਾ ਤਸ਼ੱਦਦ, ਜਾਂ ਫਿਰ ਤੁਹਾਨੂੰ ਯਾਦ ਹੋਣਾ ਕਿ 2016 ਦੇ ਵਿੱਚ ਇੱਕ ਆਊਟਲੁੱਕ ਦੇ ਵਿੱਚ ਨੇਹਾ ਦੀਕਸ਼ਤ ਦੀ ਰਿਪੋਰਟ ਸੀਗੀ, ਜਿਹਦੇ ਵਿੱਚ ਉਸੇ ਤਰ੍ਹਾਂ ਹੀ ਜੋ ਬੱਚੀਆਂ ਸੀਗੀਆਂ ਆਦੀਵਾਸੀ ਬੱਚੀਆਂ, ਉਹਨਾਂ ਨੂੰ ਸਿੱਖਿਆ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਸੰਘ ਦੇ ਸ਼ਿਵਰਾਂ ਦੇ ਵਿੱਚ ਰੱਖਿਆ ਜਾਂਦਾ ਸੀ, ਵੀ ਤੁਹਾਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਆ। ਉਹ ਸਿੱਖਿਆ ਸਾਰੀ ਕਿਹੜੀ ਸੀਗੀ? ਸਨਾਤਨੀ ਸਿੱਖਿਆ ਸੀਗੀ। ਇਹ ਦੋਵੇਂ ਚੀਜ਼ਾਂ ਨੂੰ ਤੁਸੀਂ ਮੇਚ ਕੇ ਕਿਵੇਂ ਦੇਖੋਗੇ ਜੇ ਆਮ ਉਰੇ ਬੈਠੇ ਭਾਰਤ ਦੇ ਦਰਸ਼ਕ ਨੂੰ ਸਮਝਾਉਣਾ ਹੋਵੇ? ਗੱਲ ਪਤਾ ਕੀ ਹੈ, ਮੈਂ ਨਾ ਇਹਨਾਂ ਦਿਨਾਂ 'ਚ ਕਾਫੀ ਕੁਝ ਪੜ੍ਹਨ ਨੂੰ ਮੌਕਾ ਮਿਲਿਆ। ਅੰਬੇਦਕਰ ਦੀਆਂ ਲਿਖਤਾਂ ਵੀ ਮੈਂ ਪੜ੍ਹੀਆਂ, ਫਰੈਡਰਿਕ ਡਗਲਸ ਜਿਹੜੇ 4 ਨਸਲ ਦੇ ਇੱਕ ਸਿਰ ਕੱਢਵੇਂ ਕਾਰਕੁਨ ਰਹੇ, ਉਹਨਾਂ ਦੀ ਪੜ੍ਹੀਆਂ।
ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਹਿਣ ਲੱਗਾ ਕਿ ਕਿਧਰੇ ਨਾ ਇੰਨਾ ਜ਼ਿਆਦਾ ਪ੍ਰਚਾਰ ਇਸ ਗੱਲ ਦਾ ਕੀਤਾ ਗਿਆ ਕਿ ਜਿਹੜੇ ਆਦੀਵਾਸੀ ਨੇ ਇਹ ਸਮਾਂ ਵਿਹਾ ਚੁੱਕੇ ਨੇ, ਇਹ ਆਦਮਖੋਰ ਨੇ, ਇਹ ਇਸ ਜੰਗਲਾਂ 'ਚ ਰਹਿਣ ਦੇ ਯੋਗ ਨੇ, ਇਹ ਵੱਡੇ ਸਮਾਜ ਦਾ ਹਿੱਸਾ ਨਹੀਂ ਬਣ ਸਕਦੇ। ਇਸ ਕਿਸਮ ਦੀ ਸੋਚ ਆਮ ਲੋਕਾਂ 'ਚ ਪ੍ਰਚਾਰੀ ਜਾਂਦੀ ਆ। ਜਦੋਂ ਕਿ ਜਿਸ ਮੁਕਾਮ ਤੇ ਅੱਜ ਧਰਤੀ ਪਹੁੰਚੀ ਹੋਈ ਹੈ, ਅਸੀਂ ਵੇਖ ਲਿਆ ਕਿ ਇੰਨੇ ਤਬਾਹੀ ਦੇ ਮੰਜ਼ਰ ਤੇ ਅਸੀਂ ਪਹੁੰਚ ਚੁੱਕੇ ਹਾਂ ਕਿ ਜੋ ਨੁਕਸਾਨ ਅਸੀਂ ਸ਼ਹਿਰੀਆਂ ਨੇ ਕਰਨਾ ਸੀਗਾ ਜਾਂ ਵਿਕਸਿਤ ਲੋਕਾਂ ਨੇ ਕਰਨਾ ਸੀ, ਅਸੀਂ ਕਰ ਚੁੱਕੇ ਹਾਂ। ਅੱਜ ਸਾਰੀ ਗੱਲ ਨੂੰ ਜੇ ਦੁਬਾਰਾ ਸਾਹਮਣਾ ਹੋਵੇ, ਧਰਤੀ ਨੂੰ ਸੰਕਟ ਚੋਂ ਕੱਢਣਾ ਹੋਵੇ, ਤਾਂ ਇਸ ਸਮੱਸਿਆ ਦੀ ਕੁੰਜੀ ਆਦੀਵਾਸੀਆਂ ਦੇ ਕੋਲ ਹੈ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਉਹ ਚਾਹੇ ਆਦੀਵਾਸੀ ਭਾਰਤ ਦੇ ਨੇ ਚਾਹੇ ਕੈਨੇਡਾ ਦੇ, ਕਿਉਂਕਿ ਇਹ ਲੋਕ ਜਲ ਜੰਗਲ ਜ਼ਮੀਨ ਨਾਲ ਜੁੜੇ ਹੋਏ ਸਿਧਾਂਤਕ ਤੌਰ ਤੇ। ਇਹਨਾਂ ਦਾ ਆਦਰ ਕਰਨ ਦੀ ਥਾਂ ਤੇ, ਇਹਨਾਂ ਨੂੰ ਲੀਡਰਸ਼ਿਪ ਦੇਣ ਦੀ ਥਾਂ ਤੇ ਤਕਰੀਬਨ ਹਰ ਬੁੱਧੀਜੀਵੀ ਨੇ, ਚਾਹੇ ਅੰਬੇਦਕਰ, ਚਾਹੇ ਫਰੈਡਰਿਕ ਡਗਲਸ, ਜੇ ਉਹਨਾਂ ਦੀ ਲਿਖਤਾਂ ਪੜ੍ਹ ਕੇ ਵੇਖੋ, ਜਾਂ ਜਿਹੜੇ ਯੂਰਪੀ ਇੰਟੈਲੈਕਚੁਅਲ ਜਾਂ ਜਿਹੜੇ ਸ਼ਹਿਰਾਂ 'ਚ ਬੈਠੇ ਜਿਹੜੇ ਬਹੁਤ ਵੱਡੇ ਵਿਦਵਾਨ ਨੇ, ਕਿਧਰੇ ਨਾ ਕਿਧਰੇ ਉਹ ਮੰਨ ਕੇ ਬੈਠੇ ਨੇ ਕਿ ਇਹ ਜਿਹੜਾ ਇੱਕ ਭਾਈਚਾਰਾ ਹੈ ਜਾਂ ਫਿਰਕਾ ਹੈ, ਇਸ ਦੀ ਕੋਈ ਆਪਣੀ ਖਾਸ ਪਛਾਣ ਨਹੀਂ ਹੈਗੀ, ਇਹਨੇ ਜਜ਼ਬ ਹੋਣਾ ਹੀ ਹੋਣਾ। ਇੱਕ ਲੋਕੀ ਆਮ ਮੰਨ ਕੇ ਬੈਠੇ। ਪਹਿਲਾਂ ਤਾਂ ਇਹ ਨਜ਼ਰੀਆ ਬਦਲਣ ਦੀ ਲੋੜ। ਇਹ ਜਿਹੜੀ ਮੈਂ ਗੱਲ ਕਹਿ ਰਿਹਾ, ਇਹ ਸਿਰਫ ਕੈਨੇਡਾ ਤੇ ਲਾਗੂ ਨਹੀਂ ਹੁੰਦੀ, ਇਹ ਇਕੱਲੀ ਭਾਰਤ ਤੇ ਲਾਗੂ ਨਹੀਂ ਹੁੰਦੀ, ਸੰਸਾਰ ਭਰ ਵਿੱਚ ਹਰੇਕ ਪਾਸੇ ਜਿੰਨੇ ਵੀ ਮੂਲ ਵਾਸੀ ਵਸਦੇ ਆ, ਜਿਹੜੀ ਭਾਸ਼ਾਵਾਂ ਬੋਲਦੇ, ਜਿਹੜੇ ਸੱਭਿਆਚਾਰ ਨੂੰ ਅਪਣਾਏ ਹੋਏ ਆ, ਸਭ ਤੇ ਲਾਗੂ ਹੁੰਦੀ ਗੱਲ। ਔਰ ਇੱਕ ਬਕਾਇਦਾ ਸਾਡੇ ਇੱਥੇ ਮੂਲ ਵਾਸੀ ਇੱਕ ਜਾਰਜ ਮੈਨੂਅਲ ਨਾਂ ਦੇ ਆਗੂ ਨੇ ਕਿਤਾਬ ਲਿਖੀ ਹੋਈ ਹੈ, ਫੋਰਥ ਵਰਲਡ, ਯਾਨੀ ਕਿ ਮੂਲ ਵਾਸੀਆਂ ਦੀ ਪੂਰੇ ਜਿਹੜਾ ਉਹਨਾਂ ਦੀ ਆਪਣਾ ਸੰਸਾਰ ਹੈ ਦੁਨੀਆ ਦੇ ਵਿੱਚ, ਉਸਨੂੰ ਚੌਥੀ ਦੁਨੀਆ ਦਾ ਦਰਜਾ ਦਿੱਤਾ ਉਹਨਾਂ ਨੇ। ਉਹ ਚੌਥੀ ਦੁਨੀਆ ਦੀਆਂ ਸਿਸਕੀਆਂ ਸੁਣ ਲਵੋ, ਚੌਥੀ ਦੁਨੀਆ ਦੀਆਂ ਗੱਲਾਂ ਸੁਣ ਲਵੋ। ਚੌਥੀ ਦੁਨੀਆ ਵੀ ਬਹੁਤ ਵੰਨ-ਸੁਵੰਨਤਾ ਵਾਲੀ ਦੁਨੀਆ, ਉਹਦੇ ਵਿੱਚ ਵੀ ਭਾਂਤ-ਭਾਂਤ ਦੇ ਲੋਕ ਨੇ, ਇੱਕੋ ਜਿਹੀ ਬੋਲੀ ਨਹੀਂ ਬੋਲਦੇ, ਉਹਨਾਂ ਦੇ ਵੀ ਵੱਖਰੇ ਸੱਭਿਆਚਾਰ ਨੇ। ਪਰ ਜਿਹੜੀ ਗੱਲ ਉਹਨਾਂ ਦੀ ਇੱਕ ਜਿਹੜੀ ਸਮਾਨਤਾ ਜਿਹੜੀ ਹੈ, ਉਹ ਇਹ ਹੈ ਕਿ ਸਾਰੇ ਜਲ ਜੰਗਲ ਜ਼ਮੀਨ ਨਾਲ ਜੁੜੇ ਹੋਏ ਆ। ਅੱਜ ਸੰਸਾਰ ਦੇ ਸਾਹਮਣੇ ਕਲਾਈਮੇਟ ਐਮਰਜੈਂਸੀ ਤੇ ਬਹੁਤ ਵੱਡਾ ਸੰਕਟ ਖੜਾ। ਸਾਨੂੰ ਉਹਨਾਂ ਨੂੰ ਉਹ ਵਾਲਾ ਆਦਰ ਮਾਨ ਦੇਣਾ ਪਏਗਾ ਕਿ ਲੀਡਰਸ਼ਿਪ ਦਾ ਮੌਕਾ ਦਿਓ, ਤਾਂ ਜੋ ਅਸੀਂ ਉਹਨਾਂ ਤੋਂ ਕੁਝ ਸਿੱਖ ਸਕੀਏ। ਉਹ ਨਿਰੇ ਮੁਰੇ ਤਰਸ ਦੇ ਪਾਤਰ ਨਹੀਂ ਗੇ, ਉਹਨਾਂ ਤੋਂ ਸਿੱਖਣ ਦੀ ਵੀ ਲੋੜ ਹੈ। ਰਹੀ ਗੱਲ ਭਾਰਤ ਦੇ ਨਾਲ ਅਸੀਂ ਤੁਲਨਾ ਦੀ ਰੈਡੀਸ਼ਨ ਸਕੂਲ ਸਿਸਟਮ ਦੀ, ਤੇ ਮੈਂ ਇੱਥੇ ਇੰਨਾ ਹੀ ਗੱਲ ਰੁਕਾਂਗਾ ਜ਼ੋਰ ਦੇ ਕੇ ਕਿ ਵੇਖੋ ਉਹੀ ਸਿਸਟਮ ਦੁਹਰਾਇਆ ਜਾ ਰਿਹਾ ਮੋਦੀ ਸਰਕਾਰ ਵੱਲੋਂ ਉੱਥੇ, ਜਾਂ RSS ਵੱਲੋਂ, ਜਿਸ ਕਿਸਮ ਦੇ ਸਿਸਟਮ ਲਈ ਇੱਥੋਂ ਦੀ ਸਰਕਾਰਾਂ ਮਾਫੀਆਂ ਮੰਗਦੀਆਂ ਨੇ। ਪਹਿਲੀ ਗੱਲ, RSS ਦੀ ਜਿਹੜੀ ਸੋਚ ਹੈ ਉਹਦੇ ਵਿੱਚ ਨਸਲੀ ਉੱਚਤਾ ਉੱਤਮ ਦੀ ਥਾਂ ਹਮੇਸ਼ਾ ਤੋਂ ਰਹੀ ਹੈ। ਹਿਟਲਰ ਨੂੰ ਉਹ ਵਡਿਆਉਂਦੇ ਰਹੇ ਨੇ, ਯਹੂਦੀਆਂ ਦੇ ਕਤਲੇਆਮ ਨੂੰ ਉਹ ਸਹੀ ਮੰਨਦੇ ਰਹੇ ਨੇ, ਉਹਨਾਂ ਤੋਂ ਉਪਹਾਸ ਵੀ ਕੀ ਕਰ ਸਕਦੇ ਆ। ਪਰ ਜਿਹੜੀ ਵੇਖਣ ਵਾਲੀ ਗੱਲ ਹੈ ਕਿ ਰੈਡੀਸ਼ਨ ਸਕੂਲ ਤਾਂ ਖੋਲੇ ਗਏ ਇਸ ਉਦੇਸ਼ ਨਾਲ ਕਿ ਇਸ ਭਾਈਚਾਰੇ ਦੀ ਪਛਾਣ ਨੂੰ ਖਤਮ ਕਰਕੇ ਵੱਡੇ ਭਾਈਚਾਰੇ 'ਚ ਜਜ਼ਬ ਕੀਤਾ ਜਾਵੇ ਔਰ ਕੈਨੇਡੀਅਨ ਬਣਾਇਆ ਜਾਵੇ। ਜਿਹੜੇ RSS ਦੇ ਸਕੂਲ ਨੇ, ਕਰ ਉਹ ਵੀ ਉਹੀ ਰਹੇ ਆ, ਪਰ ਉਹ 2 ਕਦਮ ਅੱਗੇ ਚਲੇ ਗਏ। ਉਹ ਤਾਂ ਉਹਨਾਂ ਆਦੀਵਾਸੀ ਬੱਚਿਆਂ ਨੂੰ ਲਿਆ ਕੇ ਸਕੂਲਾਂ ਦੇ ਵਿੱਚ ਉਹਨਾਂ ਤੇ ਹਿੰਦੂਤਵਾ ਦੀ ਪਾਣ ਚਾੜ ਰਹੇ ਆ, ਯਾਨੀ ਇਹੋ ਜਿਹੀ ਪਾਣ ਚਾੜ ਰਹੇ ਕਿ ਦੂਜੇ ਫਿਰਕਿਆਂ ਨੂੰ ਨਫ਼ਰਤ ਕਰਨ, ਉਹਨਾਂ ਨੂੰ ਘਿਰਣਾ ਨਾਲ ਵੇਖਣ। ਇਹ ਤਾਂ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ। ਔਰ ਇਹ ਜਿਹੜੇ ਸਕੂਲਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਤਾਂ ਬੰਦ ਵੀ ਹੋ ਗਏ, ਉਹਦੇ ਲਈ ਸਰਕਾਰ ਅੱਜ ਮਾਫੀਆਂ ਮੰਗ ਰਹੀ ਹੈ, ਪਰ ਉੱਥੇ ਤਾਂ ਅੱਜ ਵੀ ਚੱਲ ਰਹੇ। ਸੋ ਮੈਂ ਇਸ ਗੱਲ ਉੱਤੇ ਬਹੁਤ ਇਸ ਗੱਲੋਂ ਫਿਕਰਮੰਦ ਹਾਂ ਕਿ ਜੇ ਇਹੀ ਹਾਲ ਰਿਹਾ ਤੇ ਉੱਥੇ ਆਦੀਵਾਸੀ ਦੀ ਪਛਾਣ ਦਾ ਬਣੂਗਾ ਕੀ। ਤੁਸੀਂ ਇਹ ਵੇਖੋ ਕਿ ਜਿਵੇਂ ਨੇਹਾ ਦੀਕਸ਼ਿਤ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਪੂਰਬੀ ਰਾਜ ਤੋਂ ਲੜਕੀਆਂ ਉਧਾਲੀਆਂ ਗਈਆਂ, ਲਿਆ ਕੇ RSS ਸਕੂਲਾਂ ਛੱਡੀਆਂ ਗਈਆਂ, ਚਾਹੇ ਪੰਜਾਬ 'ਚ, ਗੁਜਰਾਤ 'ਚ। ਜਿਹੜੀਆਂ ਬੱਚੀਆਂ ਉੱਥੇ ਆਪਣੇ ਸੰਸਕਾਰੀ ਰੂਪ ਦੇ ਵਿੱਚ ਮਾਸ ਮੱਛੀ ਖਾਂਦੀਆਂ ਸੀਗੀਆਂ, ਉਹਨਾਂ ਨੂੰ ਸ਼ਾਕਾਹਾਰੀ ਬਣਾਇਆ ਜਾ ਰਿਹਾ। ਜਿਹੜੀ ਗੈਰ ਹਿੰਦੀ ਬੋਲੀ ਬੋਲਦੀਆਂ, ਉਹਨਾਂ ਨੂੰ ਜ਼ਬਰਦਸਤੀ ਹਿੰਦੀ ਬੁਲਵਾਈ ਜਾ ਰਹੀ। ਕਿਹੜੀ ਗੱਲ ਮੇਲ ਨਹੀਂ ਖਾਂਦੀ ਉਸ ਗੱਲ ਨਾਲ ਜੋ ਕੈਨੇਡਾ 'ਚ ਹੋਈ ਵਾਪਰੀ। ਔਰ ਸਾਡੇ ਕੈਨੇਡਾ ਦੇ ਖਾਸ ਤੌਰ ਤੇ ਦੇਸੀ ਸਿਆਸਤਦਾਨ ਜਿਹੜਾ ਅੱਜ ਬੜੇ ਦੁੱਖ ਵਿੱਚ ਨੇ ਕਿ ਅਸੀਂ ਮੂਲ ਵਾਸੀਆਂ ਦੇ ਨਾਲ ਆ, ਉਹਨਾਂ ਨੇ ਤਾਂ ਵੱਡਾ ਸਵਾਲ ਹੈ ਕਿ ਜੇ ਤੁਸੀਂ ਐਡੇ ਦੁੱਖ ਵਿੱਚ ਹੋ ਤੇ ਤੁਹਾਡੇ ਆਪਣੇ ਜਿਸ ਮੁਲਕ 'ਚ ਤੁਸੀਂ ਆਏ ਹੋ, ਜਿੱਥੇ ਤੁਸੀਂ ਜਨਮ ਲਿਆ, ਜਿਹਦੇ ਕੌਂਸਲੇਟਾਂ ਨਾਲ ਤੁਹਾਡੀ ਉੱਠਣੀ ਬੈਠਣੀ ਹੈ, ਉੱਥੇ ਵੀ ਤਾਂ ਇਹੀ ਕੁਝ ਹੋ ਰਿਹਾ। ਤੇ ਫਿਰ ਇਹਨਾਂ ਮਾਫੀਆਂ ਦਾ ਕੀ ਮਤਲਬ? ਮੇਰਾ ਮਤਲਬ ਕਹਿੰਦਾ ਕਿ ਜੇ ਅਤੀਤ ਵਿੱਚ ਜੋ ਗਲਤੀਆਂ ਹੋਈਆਂ, ਜਿਹਦਾ ਦੁਹਰਾਓ ਹੀ ਹੋ ਰਿਹਾ ਲਗਾਤਾਰ, ਤੇ ਫਿਰ ਉਹਨਾਂ ਮਾਫੀਆਂ ਦਾ ਵੀ ਕੀ ਅਰਥ? ਤਾਂ ਮੈਂ ਸਮਝਦਾ ਸਾਰਿਆਂ ਨੂੰ ਬਾਜ਼ ਰੱਖਣੀ ਚਾਹੀਦੀ ਇਹਨਾਂ ਮੁੱਦਿਆਂ ਤੇ। ਇਹਨਾਂ ਮੁੱਦਿਆਂ ਦੀ ਜਿਹੜੀ ਆਪਸ ਇੱਕ ਮਿਕਤਾ ਹੈ, ਚਾਹੇ ਉਹ ਭਾਰਤ ਨਾਲ ਜੁੜੇ ਹੋਣ ਚਾਹੇ ਕੈਨੇਡਾ ਨਾਲ, ਉਸ ਦੇ ਉੱਤੇ ਠੋਕ ਵਜਾ ਕੇ ਗੱਲ ਹੋਣੀ ਚਾਹੀਦੀ। ਇਹਦੇ ਨਾਲ ਹੀ ਤੁਸੀਂ ਥੋੜਾ ਜਿਹਾ ਇਸ਼ਾਰਾ ਕਰ ਗਏ ਹੈਗੇ ਹੋ ਵੀ ਮੈਂ ਜਿਹੜੇ ਵੱਖ-ਵੱਖ ਚਿੰਤਕ ਨੇ ਉਹ ਇਹਨਾਂ ਬਾਰੇ, ਮੂਲ ਨਿਵਾਸੀਆਂ ਬਾਰੇ ਕੀ ਸੋਚ ਰੱਖਦੇ ਨੇ। ਜੇ ਆਪਾਂ, ਮੈਂ ਇਹੀ ਸਵਾਲ ਤੁਹਾਨੂੰ ਥੋੜਾ ਜਿਹਾ ਟੇਢੇ ਢੰਗ ਨਾਲ ਪੁੱਛਦਾ, ਕੁਝ ਜਿਹੜੇ ਲਿਬਰਲ ਚਿੰਤਕ ਨੇ ਉਹਨਾਂ ਦਾ ਇੱਕ ਮੰਨਣਾ ਕਿ ਦੇਖੋ ਜੀ ਬੰਦਾ ਇੱਕ ਅਵਸਥਾ ਵਿੱਚ ਤਾਂ ਰਹਿੰਦਾ ਨਹੀਂ, ਉਹਦੇ ਵਿੱਚ ਚੇਂਜ ਤਾਂ ਆਉਣੀ ਚਾਹੀਦੀ ਆ। ਆਦੀਵਾਸੀਆਂ ਨੂੰ ਵੀ ਜਿਹੜੀ ਹੈਗੀ ਆ ਸਿੱਖਿਆ ਦੀ ਬਹੁਤ ਲੋੜ ਹੈਗੀ ਆ, ਉਹਨਾਂ ਨੇ ਵੀ ਇੱਕ ਆਮ ਵਧੀਆ, ਉਹਨਾਂ ਨੂੰ ਮਤਲਬ ਇੱਕ ਸਿੱਖਿਆ ਦੇਣੀ, ਉਹਨਾਂ ਨੇ ਉਸੇ ਜਗ੍ਹਾ ਨਹੀਂ ਠਹਿਰਨਾ। ਕੋਈ ਵੀ ਬੰਦਾ
ਤਰੱਕੀ ਤਾਂ ਕਰਦਾ ਹੀ ਆ, ਜੇ ਅਸੀਂ ਉੱਥੇ ਵਿਕਾਸ ਲੈ ਕੇ ਜਾਂਦੇ ਆ, ਜੇ ਅਸੀਂ ਉੱਥੇ ਸਕੂਲ ਲੈ ਕੇ ਜਾਂਦੇ ਆ ਤਾਂ ਇਹਦੇ ਵਿੱਚ ਕੀ ਮਾੜਾ ਹੈਗਾ। ਸੋ ਇਹ ਜਿਹੜਾ ਇੱਕ ਥਾਟ ਹੈ, ਇਹਨੂੰ ਤੁਸੀਂ ਕਿਵੇਂ ਸੰਬੋਧਨ ਹੋਵੋਗੇ? ਪਰ ਸ਼ਿਵਿੰਦਰ ਗੱਲ ਉੱਥੇ ਆ ਗਈ ਨਾ, ਇਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਪੈਟਰਨਲਿਸਟਿਕ ਅਪਰੋਚ। ਰੋਕਦਾ ਕਿ ਕੁਝ ਲੋਕ ਕਹਿੰਦੇ ਨੇ ਕਿ ਜਿਹੜਾ ਜਿਵੇਂ ਅਰੁੰਧਤੀ ਰਾਏ ਨੇ ਦੇ ਬਾਰੇ ਲਿਖਿਆ, ਤੇ ਕੁਝ ਜਿਹੜੇ ਲਿਬਰਲ ਚਿੰਤਕ ਕਹਿੰਦੇ ਨੇ ਕਿ ਇਹ ਤੁਹਾਡਾ ਇੱਕ ਗਲੈਮਰ ਹੈ, ਤੇ ਵੀ ਤੁਸੀਂ ਉਹਨੂੰ ਨਾ ਜਿਹੜਾ ਸਿਰਜ ਲਿਆ ਗਲੈਮਰ ਨੂੰ, ਇਹਨੂੰ ਕਿਵੇਂ ਕਾਊਂਟਰ ਕਰੋਗੇ? ਕੋਈ ਗਲੈਮਰ ਵਾਲੀ ਗੱਲ ਹੀ ਹੈ ਨਹੀਂ ਸ਼ਿਵਿੰਦਰ। ਇਸ ਗੱਲ ਨੂੰ ਮੈਂ ਜਿਵੇਂ ਪਹਿਲਾਂ ਕਲਾਈਮੇਟ ਐਮਰਜੈਂਸੀ ਦੀ ਮਿਸਾਲ ਲੈ ਕੇ ਹਟਿਆ, ਜੇ ਅਸੀਂ ਉਹਨਾਂ ਦੇ ਨੁਕਤੇ ਤੋਂ ਵੇਖੀਏ ਤਾਂ ਅਸੀਂ ਧਰਤੀ ਨੂੰ ਜਿਹੜਾ ਸੱਤਿਆਨਾਸ਼ ਹੁਣ ਤੱਕ ਹੋ ਚੁੱਕਿਆ, ਇਹ ਨਹੀਂ ਸੀ ਹੋਣਾ ਜੇ ਅਸੀਂ ਥੋੜੀ ਬਹੁਤ ਉਹਨਾਂ ਦੀ ਗੱਲਾਂ ਅਸੀਂ ਉਹਨਾਂ ਦੀ ਅਪਣਾਈਆਂ ਹੁੰਦੀਆਂ। ਅਸੀਂ ਤਾਂ ਆਪਣਾ ਮਾਡਲ ਸੋਚਿਆ ਹੋਇਆ, ਉਹ ਠੋਸ ਰਹੇ ਉਹਨਾਂ ਦੇ। ਅਸੀਂ ਉਹਨਾਂ ਦੇ ਮਾਡਲ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਅੱਜ ਤੱਕ? ਮਿਸਾਲ ਦੇ ਤੌਰ ਤੇ ਬਸਤੀਵਾਦੀ ਜਦੋਂ ਕੈਨੇਡਾ ਆਏ, ਉਹਨਾਂ ਨੇ ਕਿਹਾ ਵੀ ਇਹ ਲੋਕ ਪਛੜੇ ਹੋਏ ਨੇ। ਪਹਿਲਾਂ ਗੱਲ ਪਛੜੇਪਨ ਦੀ ਡੈਫੀਨੇਸ਼ਨ ਜਿਹੜਾ ਇਹ ਕੌਣ ਸੈੱਟ ਕਰੂਗਾ, ਉਹਦੇ ਮਾਪਦੰਡ ਕੌਣ ਸੈੱਟ ਕਰੂਗਾ? ਕਿ ਜੇ ਕੋਈ ਸੱਤਾ ਆ ਉਹੀ ਤੈਅ ਕਰੂਗਾ ਕਿ ਇਹੀ ਮਤਲਬ ਜਿਹੜੀ ਹੈ ਤਰੱਕੀ ਦੇ ਆਹੀ ਲੱਛਣ ਨੇ, ਤੇ ਇਹੀ ਤਰੱਕੀ ਦੇ ਲੱਛਣ ਪ੍ਰਵਾਨ ਚੜਨਗੇ। ਤੁਹਾਨੂੰ ਇਹ ਵੀ ਵੇਖਣਾ ਪੈਣਾ ਕਿ ਤਰੱਕੀ ਦਾ ਜਿਹੜਾ ਸੰਵਾਦ ਹੈ ਉਹ ਕੌਣ ਰਚਾ ਰਿਹਾ। ਤਾਕਤ ਦੇ ਸਿਰ ਤੇ ਤੁਸੀਂ ਕਹੋਗੇ ਜੀ ਇਹੀ ਤਰੱਕੀ ਦਾ ਮਾਡਲ ਹੈ ਔਰ ਉਸੇ ਨੂੰ ਪ੍ਰਚਾਰਿਆ ਜਾਵੇ, ਇਹ ਗੱਲ ਦਰੁਸਤ ਨਹੀਂ। ਕਿਉਂਕਿ ਤਰੱਕੀ ਦੇ ਲਿਹਾਜ਼ ਨਾਲ ਜੇ ਗੱਲ ਕਰਨੀ ਹੋਵੇ ਤਾਂ ਜਿਹੜਾ ਇਹਨਾਂ ਦਾ ਮਾਡਲ ਸੀ ਬਰਤਾਨਵੀਆਂ ਦਾ ਜਾਂ ਬਸਤੀਵਾਦੀਆਂ ਦਾ, ਉਹ ਤਾਂ ਸੀਗਾ ਕਿ ਉੱਥੇ ਮਰਦ ਦੀ ਪ੍ਰਧਾਨਗੀ ਚਾਹੀਦੀ ਹੈ। ਉਹਨਾਂ ਨੇ ਆ ਕੇ ਔਰਤਾਂ ਦੇ ਆਪਣੀਆਂ ਔਰਤਾਂ ਦਾ ਵੀ ਵੋਟ ਪਾਉਣ ਦਾ ਹੱਕ ਦਿੱਤਾ, ਤੇ ਜਿਹੜੀ ਮੂਲ ਵਾਸੀਆਂ ਔਰਤਾਂ ਕੋਲ ਪ੍ਰਧਾਨਗੀ ਸੀ ਉਹ ਵੀ ਖੋਲੀ ਗਈ। ਤੇ ਜੇ ਧਿਆਨ ਨਾਲ ਸੋਚਿਆ ਜਾਵੇ ਠੰਡੇ ਦਿਮਾਗ ਨਾਲ, ਤੇ ਉਦੋਂ ਮੂਲ ਵਾਸੀ ਇਹਨਾਂ ਨਾਲੋਂ ਕਿਤੇ ਅੱਗੇ ਸੀਗੇ ਕਿ ਔਰਤਾਂ ਲੀਡਰਸ਼ਿਪ ਕਰ ਰਹੀਆਂ ਸੀਗੀਆਂ। ਫਿਰ ਉਹਨਾਂ ਨੇ ਜ਼ਮੀਨ ਦੀ ਮਾਲਕੀ ਦਾ ਕੋਈ ਸਿਧਾਂਤ ਨਹੀਂ ਸੀ ਮੂਲ ਵਾਸੀਆਂ ਵਿੱਚ, ਧਰਤੀ ਸਭ ਦੀ ਸਾਂਝੀ ਹੈ, ਇਹ ਉਹਨਾਂ ਦੀ ਸੋਚ ਸੀਗੀ। ਜਾਣੀ ਕਿ ਪ੍ਰਿਮਿਟਿਵ ਮਾਰਕਸਿਜ਼ਮ ਕਹਿੰਦੇ ਆਪਾਂ, ਕਿ ਪੁਰਾਤਨ ਸਮਿਆਂ ਦੇ ਵਿੱਚ ਇਹੋ ਜਿਹੀ ਸਿਧਾਂਤ ਕਿ ਜਿਹੜਾ ਜ਼ਮੀਨ ਨੂੰ ਸਾਂਝੀ ਮਾਲਕੀ ਮੰਨੇ, ਕੋਈ ਕਿਸੇ ਦਾ ਮਾਲਕ ਨਾ ਹੋਵੇ। ਸੋ ਕੋਈ ਕਲਾਸ ਦਾ, ਕੋਈ ਉੱਥੇ ਕਲਾਸ ਦੀ ਵੰਡ ਵੀ ਹੈ ਨਹੀਂ। ਸੋ ਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਉਹ ਸਗੋਂ ਸਾਡੇ ਨਾਲ ਮੂਹਰੇ ਸੀਗੇ। ਪਰ ਸਾਨੂੰ ਇਸ ਗੱਲ ਦਾ ਜਿਹਨੂੰ ਆਪਣਾ ਇੱਕ ਭਰਮ ਪਿਆ ਹੋਇਆ ਕਿ ਅਸੀਂ ਕਿਉਂਕਿ ਸ਼ਹਿਰਾਂ 'ਚ ਬੈਠੇ ਹਾਂ ਤੇ ਅਸੀਂ ਜ਼ਿਆਦਾ ਵਿਕਸਿਤ ਹਾਂ, ਫਿਰ ਅਸੀਂ ਠੇਕਾ ਲੈ ਕੇ ਅਸੀਂ ਜਾ ਕੇ ਵਿਕਾਸ ਲਿਆਉਣਾ, ਅਸੀਂ ਜਾ ਕੇ ਇਹਨਾਂ ਨੂੰ ਸੁਧਾਰਨਾ, ਅਸੀਂ ਮੂਹਰੇ ਲੱਗ ਕੇ ਇਹਨਾਂ ਨੂੰ ਦੱਸਾਂਗੇ ਕਿ ਕਿਹੜਾ ਤੌਰ ਤਰੀਕਾ ਜੀਣ ਲਈ ਸਹੀ ਹੈ। ਸਾਨੂੰ ਇਹ ਜਿਹੜਾ ਹੰਕਾਰ ਜਾਂ ਹੈਂਕੜਮਈ ਵਤੀਰਾ, ਇਹ ਛੱਡਣਾ ਪਊਗਾ। ਜਿਹੜੇ ਲਿਬਰਲ ਇਹੋ ਜਿਹੀ ਦਫਾਵੇਬਾਜ਼ੀ ਗੱਲਾਂ 'ਚ ਪਏ ਹੋਏ ਆ, ਉਹਨਾਂ ਨੂੰ ਵੀ ਥੋੜੀ ਜਿਹੀ ਆਪਣੀ ਆਕੜ ਛੱਡਣੀ ਪੈਣੀ। ਉਸੇ ਆਕੜ 'ਚ ਕੋਈ ਗੱਲਾਂ ਗਲਤ ਵੀ ਹੋਈਆਂ ਨਾ ਕੋਲ। ਅੰਬੇਦਕਰ ਵਰਗੇ ਵੀ ਲਿਖ ਰਹੇ ਨੇ ਕਿ ਵੀ ਇਹ ਜਿਹੜੀ ਨਸਲ ਖਤਮ ਹੋ ਰਹੀ, ਆਦੀਵਾਸੀਆਂ ਦੀ ਪਛੜੇ ਹੋਏ ਲੋਕ ਨੇ। ਜਾਂ ਫਰੈਡਰਿਕ ਡਗਲਸ, ਜਿਹਦੀ ਮੈਂ ਇੱਜ਼ਤ ਕਰਦਾ, ਉਹ ਵੀ ਕਹਿ ਰਿਹਾ। ਮਤਲਬ ਇਹ ਗੱਲਾਂ ਜਿਹੜੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਕੋਈ ਮਤਲਬ ਨਹੀਂ ਗਾ। ਜਦੋਂ ਉਹਨਾਂ ਲੋਕਾਂ ਨੇ ਗੱਲਾਂ ਕਹੀਆਂ ਸੀਗੀਆਂ, ਉਹਨਾਂ ਦਾ ਕਸੂਰ ਵੀ ਹੈ ਨਹੀਂ ਸੀ ਕਿ ਜੋ ਆਲੇ ਪੁਦਾਲੇ ਜੋ ਉਹਨਾਂ ਨੂੰ ਪਰੋਸਿਆ ਗਿਆ, ਜੋ ਵਰਤਾਇਆ ਗਿਆ, ਉਹੀ ਉਹਨਾਂ ਨੇ ਉਸਦੇ ਹਿਸਾਬ ਨਾਲ ਵਿਸ਼ਲੇਸ਼ਣ ਕੀਤਾ। ਪਰ ਦਿੱਕਤ ਉੱਥੇ ਹੀ ਹੈ ਨਾ ਕਿ ਜੋ ਕੁਝ ਵਰਤਾਇਆ ਜਾ ਰਿਹਾ, ਜੋ ਕੁਝ ਪ੍ਰਚਾਰਿਆ ਜਾ ਰਿਹਾ, ਉਸਦੇ ਪਿੱਛੇ ਤਾਕਤਾਂ ਕਿਹੜੀਆਂ ਕੰਮ ਕਰ ਰਹੀਆਂ ਨੇ, ਔਰ ਕਿਸ ਕਿਸਮ ਦਾ ਸਮਾਨ ਕਿਸ ਕਿਸਮ ਦਾ ਜਿਹਨੂੰ ਕਹਿੰਦੇ ਕਿ ਇੱਕ ਸੰਵਾਦ ਜਾਂ ਨੈਰੇਟਿਵ ਸਿਰਜਿਆ ਜਾ ਰਿਹਾ ਜਾਂ ਪ੍ਰਚਾਰਿਆ ਜਾ ਰਿਹਾ ਜਾਂ ਪਰੋਸਿਆ ਜਾ ਰਿਹਾ, ਉਹਨੂੰ ਲੋਕ ਐਕਸੈਪਟ ਕਰ ਲੈਂਦੇ। ਗੜਬੜ ਸਾਰੀ ਉਹਦੇ ਵਿੱਚ ਹੈ। ਪਹਿਲੀ ਗੱਲ ਜਿਹੜੀ ਇਹ ਪੈਟਰਨਿਸਟਿਕ ਅਪਰੋਚ ਹੈ ਕਿ ਵੀ ਮੈਨੂੰ ਜ਼ਿਆਦਾ ਪਤਾ, ਮੈਂ ਤੈਅ ਕਰੂੰਗਾ ਕਿ ਵੀ ਤਰੱਕੀ ਦਾ ਮਾਡਲ ਕਿਹੜਾ ਹੋਊਗਾ, ਤਰੱਕੀ ਨੂੰ ਮੈਂ ਏਦਾਂ ਵੇਖਦਾ, ਤਰੱਕੀ ਨੂੰ ਉਦਾਂ ਵੇਖਦਾ। ਤਰੱਕੀ ਨੂੰ ਵੇਖਣ ਦੇ ਕਈ ਤਰੀਕੇ ਹੋ ਸਕਦੇ। ਤਰੱਕੀ ਦਾ ਇੱਕ ਵੱਡਾ ਮਾਡਲ ਇਹ ਆ ਕਿ ਲੋਕਾਂ ਨੂੰ ਰੋਟੀ ਖਾਣ ਨੂੰ ਮਿਲਦੀ ਹੋਵੇ, ਕੋਈ ਭੁੱਖਾ ਨਾ ਸੌਂਦਾ ਹੋਵੇ, ਔਰ ਹਰ ਇੱਕ ਨੂੰ ਲੋੜ ਪੈਣ ਤੇ ਡਾਕਟਰੀ ਸਹਾਇਤਾ ਮੁਹੱਈਆ ਹੋਵੇ। ਪਰ ਸਾਡੇ ਲੋਕਾਂ ਨੇ ਤਰੱਕੀ ਦੇ ਨਾਂ ਤੇ ਤਾਂ ਪਰਮਾਣੂ ਟੈਕਨੋਲੋਜੀ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਸਾਡੇ ਇੱਥੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਵੀ ਸਾਨੂੰ ਹਸਪਤਾਲਾਂ ਦੀ ਗੱਲ ਛੱਡੋ, ਪਹਿਲਾਂ ਤੇ ਗਗਨਚੁੰਬੀ ਇਮਾਰਤਾਂ ਹੋਣੀ ਚਾਹੀਦੀਆਂ। ਕਿਸੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਸੁਪਰ ਸਟੋਰ ਖੁੱਲ੍ਹਣੇ ਚਾਹੀਦੇ ਆ। ਤਾਂ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਸਮੇਂ ਦੇ ਨਾਲ ਕਿ ਤਰੱਕੀ ਦੇ ਮਾਡਲ ਕਿਸ ਕਿਸਮ ਦੇ ਪ੍ਰਚਾਰੇ ਜਾ ਰਹੇ ਆ, ਔਰ ਤਰੱਕੀ ਦੇ ਅਰਥ ਜਿਹੜੇ ਨੇ ਕੀ ਉਹ ਸੱਚਮੁੱਚ ਉਹਨਾਂ ਵਿੱਚ ਕੋਈ ਮਾਨਵਤਾ ਵੀ ਹੈ, ਜਾਂ ਮਾਨਵਤਾ ਦੇ ਕਲਿਆਣ ਦੀ ਗੱਲ ਵੀ ਹੋ ਰਹੀ ਹੈ, ਜਾਂ ਸਿਰਫ ਸਵਾਰਥਾਂ ਦੀ ਪੂਰਤੀ ਹੋ ਰਹੀ ਹੈ। ਤਾਂ ਇਸ ਕਿਸਮ ਦੀਆਂ ਦਿੱਕਤਾਂ ਬਹੁਤ ਨੇ ਸਾਰੀ ਗੱਲਬਾਤ ਦੇ ਵਿੱਚ। ਮੈਂ ਸ਼ਿਵਿੰਦਰ, ਅਸੀਂ ਇੱਥੇ ਇੱਕ ਛੋਟੀ ਜਿਹੀ ਰੈਲੀ ਰੱਖੀ ਸੀਗੀ, ਮੂਲ ਵਾਸੀਆਂ ਦਾ ਫਿਰਕਾ ਆਟਵਾ ਬਿਸਕਟ, ਜਿੱਥੇ ਕਿ ਮੂਲ ਵਾਸੀ ਕਾਫੀ ਵੱਡੀ ਤਾਦਾਦ ਵਿੱਚ ਖੁਦਕੁਸ਼ੀਆਂ ਕਰ ਰਹੇ ਸੀਗੇ। ਅਸੀਂ ਉਸ ਮਸਲੇ ਦੇ ਉੱਤੇ ਸੋਚਿਆ ਕਿ ਦੇਸੀ ਭਾਈਚਾਰੇ ਨੂੰ ਮੂਹਰੇ ਹੋ ਕੇ ਕੁਝ ਇੱਕ ਮੋਰਚਾ ਪ੍ਰਗਟਾਉਣੀ ਚਾਹੀਦੀ। ਰੈਡੀਕਲ ਦੇਸੀ ਵੱਲੋਂ ਆਪਾਂ ਰੈਲੀ ਰੱਖੀ ਸਰੀ ਦੇ ਵਿੱਚ। ਉੱਥੇ ਸਾਡੇ ਹੀ ਆਪਣੇ ਭਾਈਚਾਰੇ ਦੇ ਕਾਮਰੇਡ ਉੱਥੇ ਪਹੁੰਚੇ, ਜਿਹੜੇ ਭਾਰਤ ਵਿੱਚ ਆਦੀਵਾਸੀਆਂ ਬਾਰੇ ਬੜੀ ਚੰਗੀ ਪਕੜ ਰੱਖਦੇ ਆ, ਬੜਾ ਫਿਕਰ ਉਹਨਾਂ ਨੂੰ ਆਦੀਵਾਸੀਆਂ ਦਾ ਭਾਰਤ ਵਿੱਚ। ਪਰ ਇੱਥੇ ਆ ਕੇ ਉਹ ਸਾਨੂੰ ਇਹ ਕਹਿ ਰਹੇ ਆ ਕਿ ਇਹ ਜਿਹੜੇ ਮੂਲ ਵਾਸੀ ਨੇ ਕਿਰਨਾਂ ਦੇ ਵਿਹਲੜ ਲੋਕ ਨੇ, ਜਿਹੜਾ ਕੰਮ ਕਰਕੇ ਰਾਜ਼ੀ ਨਹੀਂ ਗੇ।
ਕਿ ਵਿਹਲੜ ਲੋਕ ਨੇ, ਅਸੀਂ ਕਿਉਂ ਇਹਨਾਂ ਲਈ ਇੱਥੇ ਰੈਲੀਆਂ ਕੱਢਦੇ ਫਿਰਦੇ ਹਾਂ, ਇਹਨਾਂ ਨੂੰ ਆਪ ਆਪਣੇ ਪੈਰਾਂ ਤੇ ਖੜਨਾ ਚਾਹੀਦਾ। ਇਹ ਐਡੀ ਸੜੀ ਹੋਈ ਗੱਲ ਸੀਗੀ ਆ ਵਾਲੀ, ਕਿ ਇਹੀ ਗੱਲ ਮਤਲਬ ਜੇ ਤੁਸੀਂ ਉੱਥੋਂ ਦੇ ਆਦੀਵਾਸੀਆਂ ਬਾਰੇ ਕਹਿਣਾ ਸ਼ੁਰੂ ਕਰ ਦਿਓ ਹਿੰਦੁਸਤਾਨ ਬਾਰੇ, ਤਾਂ ਫਿਰ ਦੇਖੋ ਕੀ ਪ੍ਰਤੀਕਰਮ ਤੁਹਾਨੂੰ ਆਉਂਦਾ। ਜਦੋਂ ਅਸੀਂ ਇਹ ਗੱਲ ਕਹਿੰਦੇ ਆ, ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਜੇ ਮੰਨ ਵੀ ਲੈਂਦੇ ਹਾਂ ਕਿ ਠੀਕ ਹੈ ਮੂਲ ਵਾਸੀਆਂ ਵਿੱਚੋਂ ਵੱਡਾ ਹਿੱਸਾ ਵੇਲਣਾ ਦਾ ਬਣ ਗਿਆ, ਜਾਂ ਸ਼ਰਾਬੀ ਹੋ ਗਿਆ, ਜਾਂ ਨਸ਼ਾਖੋਰੀ ਚ ਪੈ ਗਿਆ, ਕਦੀ ਅਸੀਂ ਸੋਚਿਆ ਵੀ ਕਿਉਂ ਇਸ ਤਰ੍ਹਾਂ ਦੀ ਹਾਲਤ ਬਣੀ ਹੈ, ਜਾਂ ਢਾਂਚਾਗਤ ਨਸਲਵਾਦ ਜਾਂ ਢਾਂਚਾਗਤ ਹਿੰਸਾ ਕਿਵੇਂ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਕਿ ਹਾਸ਼ੀਏ ਤੇ ਧੱਕੇ ਗਏ ਔਰ ਬਾਅਦ ਚ ਗੁਰਬਤ ਚ ਪੈ ਗਏ ਉਹ ਲੋਕ, ਜਾਂ ਉਹਨਾਂ ਦੀਆਂ ਔਰਤਾਂ ਜਿਸਮ ਵਿੱਚ ਲਈ ਮਜਬੂਰ ਨੇ। ਮਤਲਬ ਉਹ ਸੰਵੇਦਨਾ ਹੀ ਹੈ ਨਹੀਂ ਵਾਲੀ। ਜੇ ਸੰਵੇਦਨਾ ਹੀ ਨਹੀਂ ਹੈ ਤੇ ਫਿਰ ਆਪਾਂ ਸੰਵਾਦ ਕਦਾ ਕਰਾਂਗੇ? ਮੈਨੂੰ ਉਸ ਗੱਲ ਤੇ ਇਤਰਾਜ਼। ਇੱਕ ਆਮ ਹੀ ਨਾ ਆਪਣੇ ਭਾਈਚਾਰੇ ਵੱਲੋਂ ਕਿਹਾ ਜਾਂਦਾ, ਜਿਹੜੇ ਇੱਧਰ ਲੋਕ ਆਉਂਦੇ ਨੇ ਨਾ ਆਪਣੇ ਕੈਨੇਡਾ ਅਮਰੀਕਾ 'ਚ ਰਹਿੰਦੇ ਹੋਏ, ਇੱਥੇ ਆ ਕੇ ਫਿਰ ਉਹ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਦੇ ਨੇ ਸਾਡੇ ਲੋਕਾਂ ਨਾਲ। ਫਿਰ ਉਹ ਕਹਿੰਦੇ ਨੇ ਕਿ ਜੀ ਇਹ ਮੁਲਕ ਬੜਾ ਵਧੀਆ, ਪਰ ਦੇਖੋ ਉੱਥੇ ਨਾ ਕਾਲੇ ਬੜੇ ਖਰਾਬ ਹੁੰਦੇ ਨੇ, ਉਹ ਕਾਲੇ ਤਾਂ ਜੀ ਜ਼ੁਲਮ ਕਰ, ਆਹੀ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ। ਪਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਆਪਣੇ ਜਿਹੜੇ ਪਹਿਲੇ ਬਜ਼ੁਰਗ ਸੀਗੇ ਜਿਹੜੇ ਇੱਥੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆਏ ਸੀ, ਉਹਨਾਂ ਦੇ ਇਹ ਮੂਲ ਨਿਵਾਸੀਆਂ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਸੀਗੇ? ਇੱਧਰ ਬਹੁਤ ਹੀ ਖੂਬਸੂਰਤ ਸਵਾਲ ਤੁਹਾਡਾ ਵਾਲਾ। ਇਹਦੇ 'ਚ ਇਸ ਤਰ੍ਹਾਂ ਕਿ ਜਿਹੜੇ ਗਦਰ ਪਾਰਟੀ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਵਿੱਚ ਜਵਾਲਾ ਸਿੰਘ ਠੱਠੀਆਂ ਦਾ ਨਾਮ ਵੀ ਇੱਕ ਆਉਂਦਾ। ਜਵਾਲਾ ਸਿੰਘ ਠੱਠੀਆਂ ਦੀ ਇੱਕ ਡਾਇਰੀ ਹੈ ਜਿਹੜੀ ਕਾਫੀ ਲੋਕਾਂ ਨੇ ਪੜ੍ਹੀ ਹੋਣੀ ਹੈ। ਉਹਦੇ ਵਿੱਚ ਹਵਾਲਾ ਲਿਖਦੇ ਨੇ ਕਿ ਜਦੋਂ ਵਿਕਟੋਰੀਆ ਆਏ ਅਮਰੀਕਾ ਤੋਂ, ਉਦੋਂ ਇੱਕ ਸਟਾਕਟਨ ਗੁਰਦੁਆਰਾ ਬਣਨਾ ਸੀਗਾ ਉਹਦੇ ਸੰਬੰਧ ਵਿੱਚ, ਤਾਂ ਉੱਥੇ ਫਿਰਨ ਤੁਰਨ ਨਿਕਲ ਗਏ ਬਾਹਰ, ਤੇ ਉੱਥੇ ਇੱਕ ਯਾਦਗਾਰ ਬਣੀ ਹੋਈ ਸੀ ਜਿਹੜੀ ਇਸ ਗੱਲ ਦੀ ਤਸਦੀਕ ਕਰ ਰਹੀ ਸੀ ਕਿ ਇਸ ਥਾਂ ਤੇ ਮੂਲ ਵਾਸੀ ਹੁੰਦੇ ਸੀ ਜਿਨ੍ਹਾਂ ਨੂੰ ਖਤਮ ਕਰਕੇ ਚਲਾਕੀ ਦੇ ਨਾਲ ਬਰਤਾਨੀਆ ਨੇ ਉਹ ਜ਼ਮੀਨ ਦਾ ਹਿੱਸਾ ਆਪਣੇ ਅਧੀਨ ਕਰ ਲਿਆ। ਉਸ ਗੱਲ ਨੂੰ ਲੈ ਕੇ ਕਾਫੀ ਮਤਲਬ ਸੋਚਦੇ ਰਹੇ, ਆਪਸ ਵਿੱਚ ਸੰਵਾਦ ਕਰ ਰਹੇ। ਉਹ ਸੰਵਾਦ ਬਕਾਇਦਾ ਅੰਕਿਤ ਆ ਉਸ ਡਾਇਰੀ ਦੇ ਵਿੱਚ, ਜਿਸ ਤੋਂ ਪਤਾ ਚੱਲਦਾ ਕਿ ਉਹਨਾਂ ਦੇ ਚੇਤਿਆਂ 'ਚ ਸੀ ਗੱਲ ਆ ਵਾਲੀ। ਇਸ ਗੱਲ ਹੀ ਬੜੇ ਮਤਲਬ ਸੰਜੀਦਾ ਸੀ। ਫਿਰ ਜਿਹੜਾ ਕੇਸਰ ਸਿੰਘ ਦਾ ਨਾਵਲ ਹੈ ਇੱਕ ਮੇਵਾ ਸਿੰਘ ਬਾਰੇ, ਉਹਦੇ ਵਿੱਚ ਭਾਈ ਬਲਵੰਤ ਸਿੰਘ ਖੁਰਦਪੁਰ ਜਿਹੜੇ ਗਦਰ ਪਾਰਟੀ ਨਾਲ ਵੀ ਜੁੜੇ ਰਹੇ, ਖਾਲਸਾ ਦੀਵਾਨ ਸੁਸਾਇਟੀ ਦੇ ਗ੍ਰੰਥੀ ਵੀ ਹੁੰਦੇ ਸੀਗੇ, ਉਹ ਲੈਕਚਰ ਦੇ ਰਹੇ ਕਿ ਇਹ ਧਰਤੀ ਜਿਹੜੀ ਮੂਲ ਵਾਸੀਆਂ ਦੀ ਸੀ ਉਹਨਾਂ ਤੋਂ ਖੋ ਕੇ ਇੱਥੇ ਬਸਤੀਵਾਦੀਆਂ ਨੇ ਆ ਕੇ ਕੈਨੇਡੀਅਨ ਨੇਸ਼ਨ ਸਟੇਟ ਦੀ ਉਸਾਰੀ ਕੀਤੀ ਹੈ। ਇਹ ਗੱਲ ਬਹੁਤ ਖੂਬਸੂਰਤ ਸੀ, ਕਿਸੇ ਵੇਲੇ ਲਿਖੀ ਗਈ ਉਹਨਾਂ ਵੱਲੋਂ। ਉਹਨਾਂ ਨੇ ਕਹੀ ਹੈ ਨਹੀਂ ਕਿ ਮੈਨੂੰ ਨਹੀਂ ਪਤਾ, ਪਰ ਇਹ ਮੈਂ ਕਹਿਣਾ ਚਾਹੁੰਦਾ ਜ਼ਿੰਮੇਵਾਰੀ ਨਾਲ ਕਿ ਇਦਾਂ ਪ੍ਰਤੀਤ ਹੁੰਦਾ ਕਿ ਉਹਨਾਂ ਲੋਕਾਂ ਦੇ ਚੇਤਿਆਂ 'ਚ ਗੱਲਾਂ ਸੀਗੀਆਂ, ਉਹ ਮੂਲ ਵਾਸੀਆਂ ਪ੍ਰਤੀ ਖਾਸ ਸੋਚ ਰੱਖਦੇ ਸੀ। ਉਹ ਵੀ ਦੌਰ ਸੀ ਕਿ ਇੱਥੋਂ ਭਾਰਤੀ ਲੋਕਾਂ ਨੂੰ ਆਪਣੀ ਬੀਵੀਆਂ ਲਿਆਉਣ ਦੀ ਆਗਿਆ ਨਹੀਂ ਸੀ, ਟੱਬਰ ਲਿਆਉਣ ਦੀ ਆਗਿਆ ਨਹੀਂ ਸੀ, ਤਾਂ ਇੱਥੇ ਉਹਨਾਂ ਦੀ ਸਰੀਰਕ ਲੋੜਾਂ ਵੀ ਸੀਗੀਆਂ, ਮਾਨਸਿਕ ਲੋੜਾਂ ਵੀ ਸੀਗੀਆਂ, ਜਿਹਦੇ ਕਰਕੇ ਉਹਨਾਂ ਦੇ ਸੰਬੰਧ ਮੂਲ ਵਾਸੀ ਔਰਤਾਂ ਨਾਲ ਬਣੇ, ਕਈਆਂ ਨੇ ਵਿਆਹ ਵੀ ਰਚਾਏ। ਔਰ ਇੱਥੋਂ ਤੱਕ ਕਿ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਕਿ ਸਾਡਾ ਉਹਨਾਂ ਨਾਲ ਸੰਬੰਧ ਇਹੋ ਜਿਹਾ ਗੂੜਾ ਸੀ ਕਿ ਅਸੀਂ ਉਹਨਾਂ ਨੂੰ ਤਾਇਕੇ ਦੱਸਦੇ ਹੁੰਦੇ ਸੀ ਕਿ ਤਾਇਕਿਆਂ ਵਿੱਚੋਂ ਨੇ ਜਿਹੜੇ ਮੂਲ ਵਾਸੀ ਨੇ। ਅੱਜ ਵੀ ਤਾਇਕੇ ਜਿਹੜਾ ਇੱਕ ਲਫ਼ਜ਼ ਹੈ ਬੜਾ ਪ੍ਰਚਲਿਤ ਹੈ, ਜਿਹੜਾ ਉਸ ਪੁਰਾਣੇ ਸੰਬੰਧਾਂ ਦੀ ਯਾਦ ਤਾਜ਼ਾ ਕਰਾਉਂਦਾ। ਬਾਬੇ ਕੇ ਵੀ ਸ਼ਬਦ ਦਿੰਦਾ ਸੀ, ਬਾਬੇ ਕੇ ਜਿਹੜੇ ਤਾਇਕੇ ਤਾਏ ਦੇ ਟੱਬਰ ਚੋਂ। ਤੇ ਇੱਕ ਸ਼ਬਦ ਹੁੰਦਾ ਸੀਗਾ ਬੜੇ ਭਾਈ, ਜਿਹੜਾ ਕਿ ਸਿਆਹ ਨਸਲ ਦੇ ਲੋਕਾਂ ਲਈ ਵਰਤਿਆ ਜਾਂਦਾ ਸੀ। ਇਹ ਬੜੇ ਸਤਿਕਾਰਯੋਗ ਸ਼ਬਦ ਸੀਗੇ। ਇੱਕ ਮਤਲਬ ਦੌਰ ਸੀ, ਬਹੁਤ ਇੱਕ ਮਿਕਤਾ ਚੰਗੀ ਸੀ। ਪਰ ਇਹ ਕਿ ਵੱਡੇ ਮੀਡੀਆ ਜੋ ਪ੍ਰਚਾਰਿਆ ਜਾਂਦਾ ਉਹਦਾ ਅਸਰ ਕਈ ਵਾਰੀ ਸਾਡੇ ਲੋਕ ਕਬੂਲ ਲੈਂਦੇ ਆ, ਜਿਹੜਾ ਨਸਲਵਾਦ ਨੂੰ ਮਤਲਬ ਅੰਤਰਗ੍ਰਹਿਣ ਕਰ ਲੈਂਦੇ, ਉਹਦੇ ਕਰਕੇ ਇਹੋ ਜਿਹੀਆਂ ਬੇਹੂਦੀਆਂ ਗੱਲਾਂ ਕਰਨ ਲੱਗ ਪੈਣਗੇ। ਪਰ ਮੈਂ ਇਹਨਾਂ ਨਾਉਮੀਦ ਵੀ ਨਹੀਂ ਆ ਸ਼ਿਵਿੰਦਰ। ਦੇਖੋ ਦੋ ਗੱਲਾਂ ਹੋਈਆਂ, ਦੋਨੇ ਗੱਲਾਂ ਐਕਸਟ੍ਰੀਮ ਚਲੀ ਜਾਂਦੀਆਂ। ਇੱਕ ਤਾਂ ਉਜਲ ਦੋਸਾਂਝ ਜਦੋਂ ਅਟਾਰਨੀ ਜਨਰਲ ਸੀ BC ਦੇ 1995 ਦੇ ਵਿੱਚ, ਉਦੋਂ ਵੀ ਮੂਲ ਵਾਸੀਆਂ ਦੀ ਇੱਕ ਹੱਕ ਜਤਾਈ ਲੜਾਈ ਚੱਲ ਰਹੀ ਸੀ, ਤਾਂ ਇਹਨਾਂ ਨੇ RCMP ਦੀ ਧਾੜ ਭੇਜੀ ਉਹਨਾਂ ਦਾ ਛਾਪਾ ਮਾਰਨ ਵਾਸਤੇ, ਜਿਹੜਾ ਕਿ ਕਲੰਕਿਤ ਇਤਿਹਾਸ ਹੈ। ਔਰ ਉਜਲ ਦੋਸਾਂਝ ਉਹ ਸ਼ਖਸ ਹੈ ਜਿਸ ਦੇ ਬਜ਼ੁਰਗ ਗਦਰ ਪਾਰਟੀ ਨਾਲ ਜੁੜੇ ਰਹੇ ਨੇ, ਆਜ਼ਾਦੀ ਘੁਲਾਟੀਏ ਵੀ ਰਹੇ। ਸੋ ਇਸ ਕਰਕੇ ਉਹਨਾਂ ਵੱਲੋਂ ਇਹ ਕਾਰਵਾਈ ਜਿਹੜੀ ਹੋਈ ਹੈ ਉਹ ਸਾਨੂੰ ਸ਼ਰਮਸਾਰ ਕਰਦੀ। ਪਰ ਦੂਜੇ ਪਾਸੇ ਸਾਡੇ ਕੋਲ ਇਹੋ ਜਿਹੀਆਂ ਮਿਸਾਲਾਂ ਵੀ ਨੇ ਕਿ ਜਿਵੇਂ ਦਸ਼ਮੇਸ਼ ਦਰਬਾਰ ਵਿੱਚ ਵਿਸਾਖੀ ਨਗਰ ਕੀਰਤਨ ਹੁੰਦਾ, ਤਾਂ ਸਰੀ ਦੇ ਜਿਹੜੇ ਮੂਲ ਵਾਸੀ ਉਹਨਾਂ ਨੂੰ ਸੱਦ ਕੇ ਆਗਾਜ਼ ਕਰਵਾਇਆ ਜਾਂਦਾ, ਕਿਉਂਕਿ ਉਹਨਾਂ ਦੀ ਜੱਦੀ ਧਰਤੀ। ਅੱਜ ਵੀ ਵੇਖ ਲਓ ਕਿ ਜਿਹੜਾ 215 ਬੱਚਿਆਂ ਦਾ ਮਾਮਲਾ ਉੱਠਿਆ, ਸੁਖ ਧਾਲੀਵਾਲ ਨੇ ਪਾਰਲੀਮੈਂਟ 'ਚ ਉਹਨਾਂ ਲਈ ਹਾਂ ਦਾ ਨਾਰਾ ਮਾਰਿਆ। ਕੱਲ ਇੱਥੇ ਸਰੀ ਦੇ ਵਿੱਚ ਉਹਨਾਂ ਬੱਚਿਆਂ ਦੀ ਯਾਦ 'ਚ ਦੇਸੀ ਭਾਈਚਾਰੇ ਵੱਲੋਂ ਵਿਜਲ ਕੀਤਾ ਜਾ ਰਿਹਾ, ਉਹਨਾਂ ਲੋਕਾਂ ਵੱਲੋਂ ਜਿਹੜੇ ਹੁਣ ਤੱਕ ਕਿਸਾਨਾਂ ਦੇ ਹੱਕ 'ਚ ਮੁਜ਼ਾਹਰੇ ਕਰਦੇ ਆ ਰਹੇ ਸੀ। ਕੁਝ ਨੌਜਵਾਨ ਮੋਟਰਸਾਈਕਲ ਲੈ ਕੇ ਆਪਣੇ ਕੈਮਲੂਸ ਵੱਲ ਨੂੰ ਗਏ ਨੇ। ਤਾਂ ਕੁਝ ਚੰਗੀਆਂ ਗੱਲਾਂ ਵੀ ਹੋ ਰਹੀਆਂ, ਸਾਰਾ ਕੁਝ ਨਿਰਾਸ਼ਾਜਨਕ ਨਹੀਂ ਗਾ। ਪਰ ਇਹ ਹੈ ਕਿ ਜਿਹੜਾ ਵੱਡੇ ਮੀਡੀਆ 'ਚ ਜਿਸ ਕਿਸਮ ਦਾ ਸੰਵਾਦ ਚੱਲ ਰਿਹਾ, ਉਸਦਾ ਅਸਰ ਜਿਵੇਂ ਕਈ ਲੋਕ ਕਬੂਲੀ ਬੈਠੇ ਆ, ਉਸਨੇ ਨੁਕਸਾਨ ਬਹੁਤ।
ਸਾਡੀ ਤਾਂ ਦੇਖੋ ਮੂਲ ਵਾਸੀ ਨਾਲ ਸਾਂਝ ਇਸ ਗੱਲ ਨੂੰ ਵੀ ਬਣਦੀ ਹੈ ਕਿ ਮੂਲ ਵਾਸੀ ਜਿਹੜੇ ਆ ਜਾਂ ਸਾਡੇ ਜਿਹੜੇ ਬਜ਼ੁਰਗ ਨੇ, ਇਹਨਾਂ ਨੇ ਇਹਨਾਂ ਦੀ ਮਤਲਬ ਦੋਨਾਂ ਨੇ ਨਸਲਵਾਦ ਦੇ ਖਿਲਾਫ ਵੀ ਲੜਾਈ ਲੜੀ ਹੈ, ਬਸਤੀਵਾਦ ਦੇ ਖਿਲਾਫ ਵੀ ਲੜਾਈ ਲੜੀ। ਸਬਬ ਨਾਲ ਮੂਲ ਵਾਸੀਆਂ ਦੇ ਕਾਬੂ ਲੂਈ ਰਿਆਲ, ਜਿਹੜਾ ਇੱਥੇ ਬਹੁਤ ਵੱਡਾ ਬਾਗੀ ਗਿਣਿਆ ਗਿਆ ਕੈਨੇਡਾ ਦੇ ਵਿੱਚ, ਹੁਣ ਸਬਬ ਨਾਲ ਉਸ ਦਾ ਸ਼ਹੀਦੀ ਦਿਹਾੜਾ ਤੇ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ 16 ਨਵੰਬਰ ਨੂੰ ਦੋਨੇ ਸ਼ਹੀਦ ਹੋਏ, ਵੱਖਰੇ ਵੱਖਰੇ ਸਮਿਆਂ ਦੇ ਵਿੱਚ। ਦੋਨੇ ਹੀ ਬੜੇ ਮਹੱਤਵਪੂਰਨ ਬਿੰਬ ਨੇ। ਸੋ ਸਾਡਾ ਦੋਨਾਂ ਦਾ ਤੇ ਇਹੋ ਜਿਹੀ ਸਾਂਝ ਵੀ ਹੈ। ਤੇ ਇਸ ਮੌਕੇ ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੂਨ ਮਹੀਨੇ ਦੌਰਾਨ, ਜਿਵੇਂ ਘੱਲੂਘਾਰੇ ਦੀ ਵਰ੍ਹੇਗੰਢ ਮਨਾਈ ਜਾ ਰਹੀ ਸਿੱਖਾਂ ਵੱਲੋਂ, ਇਸ ਮੌਕੇ ਤੇ ਇਹ ਵੀ ਮੰਨ ਕੇ ਚਲੋ ਕਿ ਜਿਵੇਂ ਮੂਲ ਵਾਸੀ ਬੱਚਿਆਂ ਨੂੰ ਉਹਨਾਂ ਦੇ ਕੇਸ ਕਤਲ ਕਰਨ ਲਈ ਮਜਬੂਰ ਕੀਤਾ ਗਿਆ, ਸਿੱਖਾਂ ਵਿੱਚ ਕੇਸਾਂ ਦੀ ਕਿੰਨੀ ਮਹੱਤਤਾ। ਸੋ ਇਸ ਕਿਸਮ ਦੀਆਂ ਗੱਲਾਂ ਨੇ। ਫਿਰ ਜਿਵੇਂ ਜਜ਼ਬ ਕਰਨ ਦੀ ਸਿਆਸਤ ਹੈ, ਉਹਦੇ ਵਿੱਚ ਸਿੱਖ ਭਾਈਚਾਰੇ 'ਚ ਵੀ ਬਚਾ ਨਹੀਂ ਕਿ ਸਾਨੂੰ ਜਜ਼ਬ ਕੀਤਾ ਜਾ ਰਿਹਾ, ਜਿਹੜੀ ਖਾਸ ਤੌਰ ਤੇ RSS ਦਾ ਪ੍ਰੋਗਰਾਮ ਇਸ ਕਿਸਮ ਦਾ, ਜਾਂ ਜਿਹੜੀ ਅਡਰੀ ਪਛਾਣ ਜਾਂ ਸਾਡੀ ਮਾਂ ਬੋਲੀ, ਇਹ ਸਾਰੀਆਂ ਗੱਲਾਂ ਨੂੰ ਦੇਖਿਆ ਜਾਵੇ ਤਾਂ ਸਾਡੇ ਵਿੱਚ ਤੇ ਉਹਨਾਂ ਦੀ ਲੜਾਈ ਦੇ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜਾ ਇਹ ਢਾਂਚਾਗਤ ਨਸਲਵਾਦ ਹੈ, ਇਹਦੇ ਵਿੱਚ ਸਮੱਸਿਆ ਇਹ ਬਣਦੀ ਵਿਸ਼ਵਿੰਦਰ ਕਿ ਜੇ ਕੋਈ ਚੰਗੇ ਲੋਕ ਆ ਵੀ ਜਾਣ ਸੱਤਾ ਵਿੱਚ, ਜਾਂ ਕੋਈ ਪਾਰਟੀ ਇਹੋ ਜਿਹੀ ਵੀ ਆ ਜਾਵੇ ਜਿਹੜੀ ਇਮਾਨਦਾਰੀ ਨਾਲ ਕੋਸ਼ਿਸ਼ ਵੀ ਕਰਦੀ ਹੋਵੇ, ਕਈ ਵਾਰੀ ਤਾਂ ਵੀ ਪੇਸ਼ ਨਹੀਂ ਚੱਲਦੀ। ਕਈ ਵਾਰੀ ਦੇਸੀ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਮੌਕੇ ਤੇ ਆ ਕੇ MP MLA ਬਣ ਜਾਂਦੇ ਆ, ਪਰ ਉਹਨਾਂ ਦੀ ਸਰਕਾਰਾਂ ਕੁਝ ਇਹੋ ਜਿਹਾ ਕਰ ਬੈਠਦੀਆਂ ਕਿ ਮੂਲ ਵਾਸੀਆਂ ਦੇ ਮਨਾਂ ਵਿੱਚ ਸ਼ੰਕਾਵਾਂ ਹੁੰਦੀਆਂ ਕਿ ਇਹ ਜਿਹੜੇ ਲੋਕ ਸਥਾਪਤੀ ਦੀ ਨੁਮਾਇੰਦਗੀ ਕਰ ਰਹੇ ਕਿ ਸੱਚਮੁੱਚ ਸਾਡੇ ਪ੍ਰਤੀ ਇਮਾਨਦਾਰ ਹਨ ਜਾਂ ਨਹੀਂ। ਉੱਥੇ ਢਾਂਚਾਗਤ ਨਸਲਵਾਦ ਜਿਹੜਾ ਨਾ ਉਹ ਕਈ ਵਾਰੀ ਚੁਣੇ ਹੋਏ ਨੁਮਾਇੰਦਿਆਂ ਦੇ ਵੱਸੋਂ ਬਾਹਰ ਹੋ ਜਾਂਦੀ ਗੱਲ ਸਾਰੀ ਵਾਰ। ਮਿਸਾਲ ਦੇ ਤੌਰ ਤੇ ਹੁਣ BC ਦੇ ਵਿੱਚ ਜਿਹੜੀ NDP ਸਰਕਾਰ ਹੈ, ਅੱਗੇ ਵਧੂ ਸਰਕਾਰ ਹੈ, ਜਿਹੜਾ ਇੱਕ ਅੰਤਰਰਾਸ਼ਟਰੀ ਪੱਧਰ ਤੇ ਸਮਝੌਤਾ ਹੋਇਆ UNDRIP ਕਹਿੰਦੇ ਉਹਨੂੰ, ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਫॉर ਦੀ ਇੰਡੀਜੀਨਸ ਫॉर ਦੀ ਰਾਈਟਸ ਆਫ ਦ ਇੰਡੀਜੀਨਸ ਪੀਪਲ, UNDRIP ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਮਝੌਤਾ UN ਦਾ। BC ਦੀ ਸਰਕਾਰ ਨੇ ਲਾਗੂ ਕੀਤਾ, ਪਰ ਲਾਗੂ ਕਰਨ ਦਾ ਫਾਇਦਾ ਕੀ ਕਿ ਤੁਸੀਂ ਇੱਕ ਪਾਸੇ ਸਾਈਟ ਸੀ ਡੈਮ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਜਿਹੜਾ ਕਿ ਮੂਲ ਵਾਸੀਆਂ ਦੀ ਧਰਤੀ ਤੇ ਉਸਾਰਿਆ ਜਾ ਰਿਹਾ ਉਹਨਾਂ ਦੀ ਮਰਜ਼ੀ ਤੋਂ ਉਲਟ, ਤੇ ਜਸਟਿਨ ਟਰੂਡੋ ਵੀ ਕਹਿੰਦਾ ਕਿ ਮੈਂ UNDRIP ਦੇ ਨਾਲ ਹਾਂ, ਪਰ ਦੂਜੇ ਪਾਸੇ ਪਾਈਪਲਾਈਨਾਂ ਉਹਨਾਂ ਦੀ ਧਰਤੀਆਂ 'ਚੋਂ ਕੱਢੀਆਂ ਜਾ ਰਹੀਆਂ ਉਹਨਾਂ ਦੀ ਮਰਜ਼ੀ ਦੇ ਉਲਟ। ਔਰ ਜੇ ਉਹ ਖੜਦੇ ਨੇ ਤੇ ਤੁਸੀਂ ਉੱਥੇ ਪੁਲਿਸ ਦੀ ਧਾੜਾ ਭੇਜਦੇ ਹੋ। ਮੇਰਾ ਮਤਲਬ ਕਹਿੰਦਾ ਕਿ ਇਹਨਾਂ ਮਸਲਾ ਸਿੱਧਾ ਨਹੀਂ ਗਾ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ, ਪਰ ਲੋਕਾਂ ਦੇ ਪੱਧਰ ਤੇ ਜਿਹੜੀ ਮੈਂ ਮੂਵਮੈਂਟ ਦੇਖ ਰਿਹਾ, ਜਿਵੇਂ ਆ ਵਿਜਲ ਆਯੋਜਨ ਕੀਤਾ ਗਿਆ, ਜਾਂ ਕੁਝ ਨੌਜਵਾਨਾਂ ਨੇ ਤੈਅ ਕੀਤਾ ਸੀ ਕੈਮਲੂਪ ਚਲੀਏ ਨਾਰਾ ਮਾਰਨ ਵਾਸਤੇ, ਜਾਂ ਜਿਵੇਂ ਸਰੀ ਡਾਟਾ ਗੁਰੂ ਘਰ ਵੱਲੋਂ 13 ਤਾਰੀਖ ਨੂੰ ਸਮਾਗਮ ਰੱਖਿਆ ਜਾ ਰਿਹਾ, ਅਰਦਾਸ ਹੋਵੇਗੀ ਇਹਨਾਂ ਬੱਚਿਆਂ ਵਾਸਤੇ। ਇਹ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਜਿਹੜੀਆਂ ਲੋਕਾਂ ਵੱਲੋਂ ਆ ਰਹੀਆਂ ਨੇ ਆਪ ਮੁਹਾਰੇ, ਸਾਨੂੰ ਇਹਦੇ 'ਚ ਉਮੀਦ ਜ਼ਿਆਦਾ ਨਜ਼ਰ ਆਉਂਦੀ। ਸਿਆਸੀ ਲੀਡਰਾਂ ਨੇ ਆਪਣੇ ਬਿਆਨ ਦੇਣੇ ਰਸਮੀ ਤੌਰ ਤੇ, ਉਹਨਾਂ 'ਚੋਂ ਅਸੀਂ ਕਿੰਨਾ ਕੁ ਉਮੀਦ ਕਰ ਸਕਦੇ, ਇਹ ਸਵਾਲ। ਮੇਰੇ ਇੱਕ ਦੋ ਲੋਕ ਹੀ ਨੇ। ਇੱਕ ਤਾਂ ਇਹ ਹੈਗਾ ਕਿ ਤੁਸੀਂ ਇਹ ਸਾਰਾ ਕੁਝ ਦੱਸਿਆ ਕਿ ਭਾਰਤੀ ਭਾਈਚਾਰਾ, ਖਾਸ ਕਰ ਪੰਜਾਬੀ ਭਾਈਚਾਰਾ ਕੀ ਕੁਝ ਕਰ ਰਿਹਾ ਹੈ। ਇੱਥੇ ਦਾ ਜਿਹੜਾ ਪ੍ਰਵਾਸੀ ਮੀਡੀਆ ਹੈ, ਉਹਨੇ ਇਸ ਖਬਰ ਨੂੰ ਕਿਸ ਤਰ੍ਹਾਂ ਪੇਸ਼ਕਾਰੀ ਕੀਤੀ? ਉਹਨੇ ਇਹਦੀ ਖਬਰ ਦੀ ਮੈਂ ਬਾਕੀਆਂ ਦਾ ਇੰਨਾ ਨੋਟਿਸ ਨਹੀਂ ਲਿਆ ਸ਼ਵਿੰਦਰ, ਕਿਉਂਕਿ ਮੈਂ ਤਾਂ ਮੇਰਾ ਆਪਣਾ ਰੂਟੀਨ ਬਣਿਆ ਹੋਇਆ ਇੱਕ। ਪਰ ਮੈਂ ਇਹਨਾਂ ਜ਼ਰੂਰ ਕਹਿ ਸਕਦਾ ਕਿ ਜਿਵੇਂ ਚੈਨਲ ਪੰਜਾਬੀ ਦੇ ਜਿੱਥੇ ਮੈਂ ਜਾਣਾ ਹੁੰਦਾ, ਉਹਨਾਂ ਨੇ ਸਪੈਸ਼ਲੀ ਕਿਹਾ ਵੀ ਇੱਥੇ ਡਿਸਕਸ਼ਨ ਕਰੀਏ। ਇੱਕ ਦੋ ਮੈਂ ਮੀਡੀਆ ਵਾਲੇ ਹੋਰ ਵੀ ਦੇਖੇ ਸੀਗੇ, ਖਬਰਾਂ ਚੱਲਦੇ ਚੱਲਦੇ ਉਹਨਾਂ ਨੇ ਵੀ ਜ਼ਿਕਰ ਕੀਤਾ। ਜ਼ਿਕਰ ਤਾਂ ਉਹਨਾਂ ਨੂੰ ਕਰਨਾ ਪੈਣਾ ਕਿਉਂਕਿ ਹੁਣ ਗੱਲ ਇੰਨੀ ਜ਼ਿਆਦਾ ਫੈਲ ਚੁੱਕੀ ਹੈ। ਪਰ ਜਿਹਨੂੰ ਕਹਿੰਦੇ ਨੇ ਲਗਾਤਾਰਤਾ ਦੀ ਘਾਟ, ਹੁਣ ਇੱਥੇ ਤਾਂ ਕਈ ਇਹੋ ਜਿਹੇ ਵੀ ਲੋਕ ਨੇ, ਮੀਡੀਆ ਹਸਤੀਆਂ ਨੇ, ਸੁਪਰ ਹੋਸਟ ਵੀ ਕਹਾਉਂਦੇ ਨੇ, ਉਹ ਤਾਂ ਬੜਾ ਮੂੰਹ ਪਾੜ ਕੇ ਉਹਨਾਂ ਨੂੰ ਲਾਲ ਭਾਰਤੀ ਵੀ ਕਹਿ ਦਿੰਦੇ। ਹੁਣ ਲਾਲ ਭਾਰਤੀ ਦਾ ਮਤਲਬ ਰੈਡ ਇੰਡੀਅਨ ਆਪਣੇ ਆਪ 'ਚ ਗਾਲ ਵਰਗਾ ਸ਼ਬਦ ਬਣਿਆ ਹੋਇਆ ਮੂਲ ਵਾਸੀਆਂ ਦੇ ਨੁਕਤੇ ਨਿਗਾਹ ਤੋਂ, ਤੇ ਤੁਸੀਂ ਇਹਨੂੰ ਪੰਜਾਬੀ 'ਚ ਘਰੋੜ ਕੇ ਲਾਲ ਭਾਰਤੀ ਕਹੋ, ਇਹਦਾ ਆਪਣੀ ਅਕਲ ਵੀ ਜਨਾਲਾ ਕੱਢਣ ਵਾਲੀਆਂ ਗੱਲਾਂ ਨੇ। ਸਹੀ। ਸੋ ਮੈਂ ਇਹ ਸਮਝਦਾ ਕਿ ਇਹ ਜਿਹੜੀ ਕਚਿਆਈ ਹੈ, ਗੱਲ ਬਹੁਤ ਹੀ ਚੰਗੀ ਨਹੀਂ। ਇੱਕ ਮੈਂ ਮਿਸਾਲ ਹੋਰ ਦੇਣੀ ਚਾਹੁੰਦਾ ਇੱਥੇ ਕਿ ਜਿਵੇਂ ਸਪੋਜ਼ ਜਿਹੜਾ ਮੂਲ ਵਾਸੀਆਂ ਨਾਲ ਜੋ ਅਨਿਆਂ ਹੋਇਆ, ਕਈ ਉਸਨੂੰ ਬੜੇ ਸਹਿਜ ਰੂਪ ਵਿੱਚ ਤੁਲਨਾ ਕਰਨਗੇ ਕਿ ਦੇਖੋ ਸਾਡਾ ਵੀ ਧੱਕਾ ਹੋ ਰਿਹਾ, ਸਾਨੂੰ ਤਨਖਾਹਾਂ ਘੱਟ ਮਿਲਦੀਆਂ, ਜਾਂ ਸਾਡੇ ਕੰਮਾਂ ਤੇ ਸਾਡਾ ਧੱਕਾ ਹੁੰਦਾ। ਹੁਣ ਕਿੱਥੇ ਉਹ 215 ਬੱਚਿਆਂ ਦੀਆਂ ਲਾਸ਼ਾਂ, ਕਿੱਥੇ ਤੁਹਾਡੀ ਇਹ ਛੋਟੀ ਮੋਟੀ ਤਕਲੀਫ? ਤੁਸੀਂ ਸੋਚ ਕੇ ਦੇਖੋ, ਜੇ ਘੱਲੂਘਾਰੇ ਬਾਰੇ ਕੋਈ ਇਹੋ ਜਿਹੀ ਟਿੱਪਣੀ ਕਰੇ ਤੇ ਕੀ ਤੁਸੀਂ ਬਰਦਾਸ਼ਤ ਕਰ ਲਓਗੇ? ਮਤਲਬ ਇਹ ਗੱਲਾਂ ਜਿਹੜੀਆਂ ਸੋਚਣੀਆਂ ਚਾਹੀਦੀਆਂ। ਸੰਵੇਦਨਾ ਦੀ ਘਾਟ ਜਿੱਥੇ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ, ਉਹਦੇ ਕਰਕੇ ਥੋੜਾ ਜਿਹਾ ਤੁਹਾਡਾ ਕਈ ਵਾਰੀ ਮਨ ਦੁਖੀ ਹੁੰਦਾ ਕਿ ਵੀ ਇਹ ਕਦੋਂ ਤੱਕ ਚੱਲੂਗਾ। ਪਰ ਫਿਲਹਾਲ ਮੈਂ ਤਾਂ ਇਹੀ ਕਹੂੰਗਾ ਕਿ ਲੋਕਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਰੈਡੀਸ਼ਨ ਸਕੂਲਾਂ ਬਾਰੇ ਪੜ੍ਹਨ। ਕਾਫੀ ਚੰਗੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਨੇ, ਜਿਨ੍ਹਾਂ ਨੇ ਰੈਡੀਸ਼ਨ ਸਕੂਲ ਦੀ ਪੀੜ ਹੰਢਾਈ ਹੈ, ਉਹਨਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਆ। ਜਿਨ੍ਹਾਂ ਨੇ ਬਾਰੀ ਰੂਪ 'ਚ ਵੇਖਿਆ, ਉਹਨਾਂ ਨੇ ਵੀ ਬੜਾ ਕੁਝ ਲਿਖਿਆ। ਤਾਂ ਲੋਕਾਂ ਨੂੰ ਪੜ੍ਹਨਾ ਚਾਹੀਦਾ। ਪਰ ਕੱਲਾ ਰੈਡੀਸ਼ਨ ਸਕੂਲ ਜ਼ਿਆਦਤੀ ਨਹੀਂ ਹੈ, ਜ਼ਿਆਦਤੀਆਂ ਹੋਰ ਵੀ ਨੇ,
ਔਰ ਰੈਡੀਸ਼ਨ ਸਕੂਲ ਬਣਾਉਣ ਪਿੱਛੇ ਮਨਸ਼ਾ ਕੀ ਸੀ, ਮਾਨਸਿਕਤਾ ਕੀ ਸੀ, ਉਹਨੂੰ ਸਮਝਣਾ ਬਹੁਤ ਜ਼ਰੂਰੀ। ਮੈਨੂੰ ਵੀ ਤੁਹਾਡੇ ਨਾ ਕੈਨੇਡਾ ਦੇ ਮੀਡੀਆ ਨਾਲ ਜੁੜੇ 2011 ਦਾ ਜੁੜਿਆ, ਸ਼ਾਇਦ 10 ਸਾਲ ਹੋ ਚੱਲੇ ਨੇ। ਮੈਂ 10 ਸਾਲਾਂ 'ਚ ਇੱਕ ਚੀਜ਼ ਦੇਖੀ ਹੈ ਕਿ ਬਹੁਤ ਸਾਰੇ ਜਿਵੇਂ ਤੁਸੀਂ ਸ਼ਬਦ ਵਰਤਿਆ ਕਿ ਸੁਪਰਸਟਾਰ ਪੱਤਰਕਾਰ ਕਹਾਉਂਦੇ ਨੇ, ਉਹ ਇਹ ਕਹਿਣਗੇ ਕਿ ਅਸੀਂ ਕੈਨੇਡਾ ਦੀ ਧਰਤੀ ਤੇ ਆਏ ਹਾਂ, ਇਹ ਦੁਨੀਆ ਦਾ ਸਵਰਗ ਹੈ, ਅਸੀਂ ਦੁਨੀਆ ਦੀ ਸਵਰਗ ਤੇ ਪਹੁੰਚ ਗਏ, ਜਿੱਥੇ ਮਤਲਬ ਕੁਝ ਵੀ ਮਾੜਾ ਨਹੀਂ ਹੋ ਰਿਹਾ। ਹਾਲਾਂਕਿ ਇਦਾਂ ਵਿਗਿਆਨਕ ਤੌਰ ਤੇ ਹੁੰਦਾ ਨਹੀਂ ਵੀ ਜਿੱਥੇ ਜਿਹੜੀ ਧਰਤੀ ਤੇ ਕੁਝ ਵੀ ਮਾੜਾ ਨਾ ਹੁੰਦਾ ਹੋਵੇ। ਉਹ ਕਹਿਣਗੇ ਕਿ ਇਹ ਇੱਕ ਸਵਰਗ ਹੈ। ਮੇਰਾ ਹੁਣ ਇਹੀ ਸਵਾਲ ਹੈ ਗੁਰਪ੍ਰੀਤ ਕਿ ਤੁਸੀਂ ਸਾਰੀਆਂ ਗੱਲਾਂ ਜੋ ਦੱਸੀਆਂ ਜਮਹੂਰੀ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਜਾਂ ਹੋਰ, ਕੈਨੇਡਾ ਦੀ ਧਰਤੀ ਕਿੰਨਾ ਕੁ ਸਵਰਗ ਹੈ, ਜਾਂ ਅਸੀਂ ਜਿਹੜਾ ਆਦੀਵਾਸੀਆਂ ਦੇ ਮਾਮਲੇ 'ਚ ਹੀ ਦੇਖਿਆ, ਪਿਛਲੀ ਤੁਹਾਡੀ ਸਟੀਫਨ ਹਾਰਪਰ ਗਵਰਨਮੈਂਟ ਸੀ, ਉਹਨੇ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿਹੜੇ ਕਾਨੂੰਨ ਲਿਆਂਦੇ, ਉਹਦੇ ਵਿਰੁੱਧ ਜਿਹੜੇ ਹੈਗੇ ਆ ਸਟਰਗਲ ਵੀ ਚੱਲਦੀਆਂ ਰਹੀਆਂ ਮੂਲ ਨਿਵਾਸੀਆਂ ਦੀਆਂ, ਜਿਹੜੀਆਂ ਕਿ ਕੁਝ ਤਸਵੀਰ ਦਾ ਦੂਜਾ ਪਾਸਾ ਦਿਖਾਉਂਦੀਆਂ ਸੀਗੀਆਂ। ਦੇਖੋ, ਫਰੈਡਰਿਕ ਡਗਲਸ ਜਿਹੜਾ ਕਿ ਸਿਆਹ ਨਸਲ ਦਾ ਇੱਕ ਬਹੁਤ ਵੱਡਾ ਲਿਖਾਰੀ ਅਮਰੀਕਾ ਦਾ, ਜਿਹੜਾ ਕਿਸੇ ਵੇਲੇ ਗੁਲਾਮ ਹੁੰਦਾ ਸੀ, ਗੁਲਾਮੀ ਦਾ ਜੂਲਾ ਉਸਨੇ ਲਾ ਕੇ ਛੋੜ ਦਿੱਤਾ, ਲਿਖਾਰੀ ਬਣਿਆ, ਅੱਜ ਵੀ ਉਹਦੀ ਲਿਖਤਾਂ ਪ੍ਰਚਲਿਤ ਨੇ। ਉਹਨੇ ਬੜੀ ਖੂਬਸੂਰਤ ਗੱਲ ਕਹੀ ਸੀ ਕਿ ਦੇਸ਼ ਭਗਤ ਕੌਣ ਆ? ਦੇਸ਼ ਭਗਤ ਉਹ ਹੈ ਜਿਹੜਾ ਦੇਸ਼ ਦੀ ਸਰਕਾਰ ਨੂੰ ਸਵਾਲ ਕਰੇ, ਉਸ ਦੀ ਆਲੋਚਨਾ ਕਰੇ, ਉਸਨੂੰ ਝਾੜ ਪਾਵੇ, ਉਸ ਵੇਦਨਾ ਚੋਂ ਕਿ ਵੀ ਹਾਲਾਤ ਸਾਜ਼ਗਾਰ ਕਿਉਂ ਨੇ, ਤਾਂ ਕਿ ਉਹ ਦੇਸ਼ ਭਗਤ ਨੇ ਜਿਹੜੇ ਚਾਪਲੂਸੀ ਕਰਦੇ ਨੇ ਸਰਕਾਰ ਦੀ। ਮੈਂ ਇਹ ਗੱਲ ਤਾਂ ਕਰਕੇ ਕਹਿ ਰਿਹਾ ਕਿਉਂਕਿ ਜਿਹੜੇ ਲੋਕ ਇਸ ਜਿਹਨੂੰ ਕਹਿੰਦੇ ਨਾ ਅੰਨੀ ਭਗਤੀ ਚੋਂ ਕਹੀ ਜਾਂਦੇ ਕੈਨੇਡਾ ਸਵਰਗ ਹੈ, ਸਵਰਗ ਹੈ, ਉਹ ਗੱਲਾਂ ਠੀਕ ਨਹੀਂ ਗੀ। ਇਹ ਠੀਕ ਹੈ, ਕੈਨੇਡਾ ਭਾਰਤ ਦੇ ਮੁਕਾਬਲੇ ਵਧੀਆ ਦੇਸ਼, ਪਰ ਇਹ ਤਾਂ ਰਿਲੇਟਿਵਿਟੀ ਦਾ ਸਿਧਾਂਤ ਹੈ ਕਿ ਵੀ ਇੱਕ ਮੁਲਕ ਦੂਜੇ ਮੁਲਕ ਤੋਂ ਬਿਹਤਰ ਜਾਂ ਕਿਤੇ ਮਾੜਾ ਹੋ ਸਕਦਾ। ਤੁਹਾਡਾ ਕੰਮ ਇਹ ਬਣਦਾ ਹੈ ਕਿ ਤੁਸੀਂ ਜਦੋਂ ਜਿਹੜੇ ਵੀ ਮੁਆਸ਼ਰੇ 'ਚ ਰਹਿ ਰਹੇ ਹੋ ਉੱਥੇ ਵੇਖੋ ਕਿ ਸੁਧਾਰ ਦੀ ਕੀ ਗੁੰਜਾਇਸ਼ ਹੈ। ਤੁਸੀਂ ਇਹ ਸੋਚ ਕੇ ਵੇਖੋ ਕਿ ਜਦੋਂ ਗਦਰੀ ਬਾਬੇ ਉਦੋਂ ਆਉਂਦੇ ਸੀਗੇ, ਉਦੋਂ ਨੰਗਾ ਚਿੱਟਾ ਨਸਲਵਾਦ ਹੋਇਆ, ਉਹਨਾਂ ਨੇ ਲੜਾਈ ਦਿੱਤੀ। ਜੇ ਅੱਜ ਗਦਰੀ ਬਾਬੇ ਸਾਡੇ ਵਿੱਚ ਹੁੰਦੇ ਕਿ ਉਹ ਇਹ ਕਹਿ ਕੇ ਸੰਤੁਸ਼ਟ ਹੋ ਜਾਂਦੇ ਕਿ ਹਾਂ ਸਭ ਠੀਕ ਹੋ ਗਿਆ, ਹੁਣ ਕੋਈ ਲੋੜ ਹੀ ਨਹੀਂ। ਜਿਹੜੀ ਹੁਣ ਸਾਡੇ ਸਾਹਮਣੇ ਸਮੱਸਿਆਵਾਂ ਆ ਰਹੀਆਂ, ਜਿਹੜੇ ਚੁਣੌਤੀਆਂ ਆ ਰਹੀਆਂ, ਕਿ ਉਹਦੇ ਬਾਰੇ ਦੜ ਵੱਟ ਜਾਂਦੇ। ਸੋ ਇਹ ਗੱਲਾਂ ਸਮਝਣ ਵਾਲੀਆਂ ਕਿ ਕੋਈ ਵੀ ਸਿਸਟਮ ਪਰਫੈਕਟ ਨਹੀਂ ਹੁੰਦਾ, ਸਿਸਟਮ 'ਚ ਊਣਤਾਈਆਂ ਹੁੰਦੀਆਂ, ਉਹਦੇ ਸੁਧਾਰਨ ਲਈ ਅਸੀਂ ਕਿੰਨੇ ਯਤਨਸ਼ੀਲ ਹਾਂ। ਸੋ ਉਹ ਤਾਂ ਹੀ ਹੋਏਗਾ ਜੇ ਸਾਡੇ ਵਿੱਚੋਂ ਇਹ ਜਿਹੜੀ ਨਾ ਅੰਨੀ ਦੇਸ਼ ਭਗਤੀ ਜੇ ਨਿਕਲੇ। ਅੰਨੀ ਦੇਸ਼ ਭਗਤੀ ਕਿਸੇ ਰੂਪ 'ਚ ਵੀ ਮਾੜੀ। ਇਹ ਠੀਕ ਹੈ, ਕੈਨੇਡਾ ਦੇ ਵਿੱਚ ਹਾਲਾਤ ਭਾਰਤ ਦੇ ਮੁਕਾਬਲੇ ਕਈ ਪੱਖੋਂ ਸਾਜ਼ਗਾਰ ਨੇ। ਕੈਨੇਡਾ ਭਾਰਤ ਦੇ ਮੁਕਾਬਲੇ ਕਈ ਪੱਖੋਂ ਇੱਕ ਵਧੀਆ ਸਿਸਟਮ ਜਿਹੜਾ ਇੱਥੇ ਲੋਕਾਂ ਨੂੰ ਮਿਲਦਾ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਆ ਕੇ ਜਿਹਨੂੰ ਕਹਿੰਦੇ ਕਿ ਸੰਵੇਦਨਹੀਨ ਹੋ ਕੇ ਇਹੋ ਜਿਹੀਆਂ ਉਲਾਰ ਹੋ ਕੇ ਗੱਲਾਂ ਕਰੋ ਕਿ ਜੀ ਸਵਰਗਾਂ 'ਚ ਆ ਗਏ, ਸਵਰਗਾਂ 'ਚ ਆ ਗਏ, ਜਿਹਨਾਂ ਨਾਲ ਰੋਜ਼ ਇੱਥੇ ਕੁੱਤੇ ਖਾਣੀ ਹੋ ਰਹੀ ਹੈ, ਢਾਂਚਾਗਤ ਨਸਲਵਾਦ ਹੋ ਰਿਹਾ। ਹੁਣ ਮਿਸਾਲ ਦੇ ਤੌਰ ਤੇ ਕਿਸਾਨਾਂ ਦੇ ਹੱਕ 'ਚ ਅੰਦੋਲਨ ਹੋਇਆ ਵੈਨਕੂਵਰ ਦੀ ਧਰਤੀ ਤੇ, ਇਹ ਗੱਲ ਸੁਣਨ ਵਾਲੀ ਹੈ, ਔਰ ਲਗਾਤਾਰ ਹੋਇਆ, ਲਗਾਤਾਰ ਰੈਲੀਆਂ ਹੋਈਆਂ, ਵੱਡੇ ਵੱਡੇ ਇਕੱਠ ਹੋਏ, COVID-19 ਦੇ ਬਾਵਜੂਦ। ਪੁਲਿਸ ਨੇ ਤੁਹਾਨੂੰ ਕੁਝ ਨਹੀਂ ਕਿਹਾ। ਉਹਨਾਂ ਦਿਨਾਂ ਦੇ ਵਿੱਚ ਮੂਲ ਵਾਸੀਆਂ ਨੇ ਆਪਣਾ ਇੱਕ ਪਾਈਪਲਾਈਨ ਦੇ ਪ੍ਰੋਜੈਕਟ ਦੇ ਖਿਲਾਫ ਮੁਜ਼ਾਹਰਾ ਕੀਤਾ ਤੇ ਪੁਲਿਸ ਨੇ ਬੜੀ ਬੇਕਿਰਕੀ ਨਾਲ ਮੂਲ ਵਾਸੀਆਂ ਨੂੰ ਕੁੱਟਿਆ। ਔਰ ਸਾਡੇ ਵਿੱਚ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਸ਼ੁਕਰ ਹੈ ਜੀ ਸਾਡੇ ਨਾਲ ਨਹੀਂ ਹੋਇਆ। ਇਸ ਤੋਂ ਵੱਡੀ ਵਾਹੀਆਤ ਗੱਲ ਹੋਰ ਕਿਹੜੀ ਹੋ ਸਕਦੀ? ਜਿਸ ਤਰ੍ਹਾਂ ਲਾਗੇ ਸੋਈ ਜਾਣੇ। ਜੇ ਤੁਹਾਨੂੰ ਦੂਜੇ ਦੇ ਦਰ ਦਾ ਅਹਿਸਾਸ ਹੀ ਹੈ ਨਹੀਂਗਾ, ਫਿਰ ਤੁਸੀਂ ਕਾਹਦੇ ਮਨੁੱਖ ਹੋ? ਤੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਜਿੱਦਾਂ ਦੀ ਇਹ ਡੈਫੀਨੇਸ਼ਨ ਬਣਾਈ ਨਾ ਸਵਰਗ ਨਰਕ ਦੀ, ਫਿਰੋਜ਼ਪੁਰ ਵਰਗੀ ਥਾਂ ਦੇ ਵਿੱਚ ਜੇ ਤੁਹਾਡੇ ਜੇਬ 'ਚ 4 ਪੈਸੇ ਹੈ, ਤੁਸੀਂ ਰੋਜ਼ ਸਕੌਚ ਪੀ ਕੇ ਸੌਂਦੇ ਹੋ, ਤਾਂ ਤੁਹਾਡੇ ਲਈ ਉਹ ਵੀ ਸਵਰਗ ਹੈ। ਜਿਹੜਾ ਇੱਥੇ ਵਿਅਕਤੀ ਬੇਘਰਾ ਬੈਠਾ ਵੈਨਕੂਵਰ ਦੇ ਸ਼ਹਿਰ ਦੇ ਵਿੱਚ, ਜਿਹਦੇ ਕੋਲ ਰਹਿਣ ਨੂੰ ਛੱਤ ਹੈ ਨਹੀਂ, ਉਹਦੇ ਲਈ ਇਹ ਵੀ ਸਵਰਗ ਨਹੀਂ ਬਣ ਸਕਦਾ। ਕੱਲ੍ਹ ਦੀ ਖਬਰ ਹੈ ਰਾਜਾ ਰਾਜੂ ਦੀ ਕਿ ਇੱਕ ਹੋਮਲੈਸ ਜਾਂ ਬੇਘਰਾ ਵਿਅਕਤੀ ਕਿਸੇ ਨਸ਼ੇ ਦੇ ਵਿੱਚ ਸੀਗਾ, ਕਿਸੇ ਥਾਂ ਤੇ ਡਿੱਗ ਪਿਆ, ਉਹਨੂੰ ਕਾਰ ਲੜ ਕੇ ਲੰਘ ਗਈ। ਵੈਨਕੂਵਰ ਦੀ ਗੱਲ ਕਰ ਰਿਹਾ। ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਵਿਅਕਤੀ ਦੀ। ਹੁਣ ਉਹ ਲੋਕ ਵੀ ਨੇ ਵੈਨਕੂਵਰ ਦੇ ਵਿੱਚ ਜਿਨ੍ਹਾਂ ਕੋਲ ਰਹਿਣ ਨੂੰ ਛੱਤ ਨਹੀਂ, ਉਹ ਇਸ ਤਰ੍ਹਾਂ ਰੁਲਦੇ ਫਿਰਦੇ ਤੇ ਮੌਤ ਦੀ ਭੇਟ ਚੜ ਜਾਂਦੇ। ਅਸੀਂ ਕਿਹੜੇ ਮੂੰਹ ਨਾਲ ਕਹਿੰਦੇ ਫਿਰਦੇ ਹਾਂ ਕਿ ਸਵਰਗ ਸਵਰਗ ਨਰਕ ਇਹ ਸਿਰਫ ਇੱਕ ਹਵਾਈ ਗੱਲਾਂ ਨੇ ਵਾਲੀ ਹੈ। ਸਾਨੂੰ ਇੱਕ ਵਧੀਆ ਸਮਾਜ ਦੀ ਲੋੜ ਹੈ ਜਿੱਥੇ ਇਨਸਾਨ ਨੂੰ ਇਨਸਾਨ ਸਮਝਿਆ ਜਾਵੇ, ਉਹਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ। ਮੈਨੂੰ ਇਸ ਗੱਲ ਦੀ ਜ਼ਰੂਰ ਖੁਸ਼ੀ ਕਰਨਾ ਵੀ ਸਾਨੂੰ ਘੱਟੋ ਘੱਟ ਇੰਨਾ ਕੁ ਮਾਹੌਲ ਮਿਲਿਆ ਹੋਇਆ ਕਿ ਇੱਥੇ ਵੱਖਰੇ ਵੱਖਰੇ ਦੇਸ਼ਾਂ ਦੇ ਲੋਕ ਆ ਕੇ ਰਹਿ ਰਹੇ, ਵੱਖਰੇ ਵੱਖਰੇ ਭਾਈਚਾਰੇ ਦੇ ਲੋਕ ਆ ਕੇ ਰਹਿ ਰਹੇ, ਔਰ ਤਕਰੀਬਨ ਹਰ ਭਾਈਚਾਰੇ ਦੇ ਲੋਕਾਂ ਨੇ, ਹਰ ਦੇਸ਼ ਦੇ ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਜਾਤੀ ਭੋਗੀ ਹੋਈ। ਇੱਥੇ ਆ ਕੇ ਜਦੋਂ ਆਪਸ 'ਚ ਇੱਕ ਦੂਜੇ ਨੂੰ ਮਿਲਦੇ ਨੇ, ਗੱਲ ਲਾ ਕੇ ਇੱਕ ਦੂਜੇ ਨਾਲ ਰੋਂਦੇ ਆ, ਆਪਣਾ ਦੁੱਖ ਵੰਡਾਉਂਦੇ ਆ, ਉਹ ਇਸ ਦੇਸ਼ ਦੀ ਖੂਬਸੂਰਤੀ।
ਨਾ ਕਿ ਸਰਕਾਰਾਂ ਵੱਲੋਂ ਤੁਹਾਨੂੰ ਕੋਈ ਦੌੜੇ ਦਿੱਤੇ ਜਾ ਰਹੇ, ਉਹਦੇ ਤੇ ਅਸੀਂ ਬਾਗੀਆਂ ਪਾਈ। ਮਿਸਾਲ ਦੇ ਤੌਰ ਤੇ ਫਲਸਤੀਨ ਦੇ ਲੋਕ ਇੱਥੇ ਆ ਰਹੇ, ਸ੍ਰੀਲੰਕਾ ਦੇ ਲੋਕ ਇੱਥੇ ਆ ਰਹੇ, ਤਾਮਿਲ ਭਾਈਚਾਰੇ ਦੇ, ਸਿੱਖ ਭਾਈਚਾਰੇ ਦੇ ਲੋਕ ਇੱਥੇ ਨੇ, ਮੁਸਲਿਮ ਭਾਈਚਾਰੇ ਦੇ ਲੋਕ ਨੇ। ਜਦੋਂ ਇਹ ਆਪਣੇ ਦੁੱਖ ਸਾਂਝੇ ਕਰਦੇ ਦੂਜੇ ਨਾਲ ਕਿ ਸਾਡਾ ਵੀ ਅਨਿਆਂ ਹੋਇਆ, ਸਾਡਾ ਧੱਕਾ ਹੋਇਆ। ਅੱਜ ਏਸ਼ੀਅਨ ਮੂਲ ਦੇ ਲੋਕਾਂ ਨੂੰ ਨਸਲਵਾਦ ਹੋ ਰਿਹਾ, ਇੱਕ ਦੂਜੇ ਨੂੰ ਅਸੀਂ ਜਦੋਂ ਆਸਰਾ ਦਿੰਦੇ ਹਾਂ, ਇਹ ਸਿਸਟਮ ਦੀ ਖੂਬੀ ਹੈ। ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ। ਸ਼ੁਕਰੀਆ ਗੁਰਪ੍ਰੀਤ, ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਇਸ ਮਸਲੇ ਦੇ ਉੱਤੇ। ਅਹਿਮ ਮਸਲਾ ਸੀ, ਸਾਨੂੰ ਵੀ ਕਾਫੀ ਕੁਝ ਪਤਾ ਲੱਗਿਆ, ਜਾਣਨ ਦਾ ਮੌਕਾ ਮਿਲਿਆ। ਮਿਹਰਬਾਨੀ, ਸ਼ੁਕਰੀਆ ਜੀ ਗੁਰਪ੍ਰੀਤ ਜੀ। ਤੁਹਾਡਾ ਸ਼ੁਕਰੀਆ ਸਵਿੰਦਰ ਕਿ ਤੁਸੀਂ ਇਸ ਮੁੱਦੇ ਨੂੰ ਬਹੁਤ ਸ਼ਿੱਦਤ ਨਾਲ ਲਿਆ। ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਤੁਹਾਡੀ ਤਾਰੀਫ ਕਰੇ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਇਸ ਤਰ੍ਹਾਂ ਦੀ ਗੱਲਬਾਤ ਬਹੁਤ ਘੱਟ ਪੱਤਰਕਾਰ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ।